ਦਸੰਬਰ ਮਹੀਨੇ ਦਾ ਤੀਜਾ ਵੀਕਐਂਡ ਆ ਗਿਆ ਹੈ। ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਾਣਕਾਰੀ ਭਰਪੂਰ ਸੈਗਮੈਂਟਸ ਵੀ ਹੋਣਗੇ, मनोरंजन भी होगा, गीत संगीत तो इलावा एक हास रस वाली स्किट भी पेश की जाएगी। पहला साडी पंजाब दी टीम वालों रोज़ाना पेश किए जाते सैगमेंट्स दे विचों एक दो दियां झलकियां पेश करते हाँ। पिछले हफ्ते बब्बू मान दे पिंड खंट मान तो एक किसान नाल मुलाकात पेश की सी कि किवें वन सुवन्नी खेती दे नाल चोखा मुनाफा कमाया जा सकता है। हरी क्रांति ने कैमिकलों के नाल पंजाब दी कुदरती खेती नष्ट कर दी। पंजाब दी सोने वर्गी मिट्टी च पानी च जहरां घोल दित्तियां, हवा भी खराब हो गई। पवन गुरु पानी पिता माता धरत महत नूं भुला के अपने पैरीं आप कुहाड़ा मार के बीमारियां नूं सद्दा दे दिता। कुदरती खेती मुड़ जमीन नूं राजी कर सकती है, सानू राजी कर सकती है, लाहेवंद भी हो सकती है। इस संबंधी अज एक होर किसान दे तजर्बे नूं तुहाडे नाल साझा करांगे, पर उस तो पहला जो पंजाब दी इलैक्शन ते सारिआं दीआं नज़रां टिकीआं होईआं हन। किसानी मोर्चा तां फतेह हो गया है, पर पंजाब नूं लीह ते लिआउण लई साफ सुथरी सरकार दी लोड़ है। किसान आगूआं दी भी एकजुटता दी लोड़ है, लोकां नूं भी एकजुट होण दी लोड़ है, सोचण दी लोड़ है। यही अपील अमृतसर दी धरती तो ਲੱਖਾ ਸਿਧਾਣਾ ने कीती है। बहुत वड्डी लोड़ आ पंजाब नूं अज सिर जोड़न दी। साडे निजी मफाद एडे वड्डे नहीं हैगे, साडी ईगो साडा हंकार एडा वड्डा नहीं हैगा, साडे आपसी बखरेवें एडे वड्डे नहीं हैगे। ਅਸੀਂ ਉਸ ਸੱਚੇ ਪਾਤਸ਼ਾਹ ਦੀ ਧਰਤੀ ਤੇ ਖੜੇ ਆ। ਮੈਂ ਇਹ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਮਫਾਦਾਂ ਨੂੰ ਛੱਡ ਕੇ, ਕਿਉਂਕਿ ਮਸਲਾ ਪੰਜਾਬ ਦਾ, ਮਸਲਾ ਪੰਜਾਬੀਅਤ ਦਾ, ਮਸਲਾ ਇਸ ਧਰਤੀ ਇਸ ਵਿਰਾਸਤ ਦਾ, ਇਕੱਠੇ ਹੋ ਜਾਓ ਯਾਰ, ਇਕੱਠੇ ਹੋ ਜਾਓ, ਨਹੀਂ ਤਾਂ ਫਿਰ ਚੋਰਾਂ ਦੇ ਜਿਹੜੀ ਇਹ ਜਾ ਕੇ ਫਿਰ ਅਸੀਂ ਝੋਲੀਆਂ 'ਚ ਡਿੱਗ ਪੈਣਾ। ਤੇ ਉਹਨਾਂ ਚੋਰਾਂ ਨੇ ਲਗਾਤਾਰ ਪਹਿਲਾਂ ਵੀ ਉਹਨਾਂ ਲੁਟੇਰਿਆਂ ਨੇ ਲੁੱਟਿਆ, ਪੰਜਾਬ ਨੂੰ ਮਾਰਿਆ, ਫਿਰ 27 ਤੱਕ ਆਉਂਦਿਆਂ ਪੰਜਾਬ ਦੇ ਪੱਲੇ ਰਹਿਣਾ ਨਹੀਂ ਕੁਛ। ਤਾਂ ਬੇਨਤੀ ਕਰਦਾ ਯਾਰ, ਕੀ ਆ ਸਾਡਾ ਹੰਕਾਰ ਕੀ ਆ? ਹਰ ਬੰਦਾ ਕਹਿੰਦਾ ਮੈਂ ਵੱਡਾ ਮੈਂ ਵੱਡਾ। ਮੈਂ ਕਹਿੰਦਾ ਇਹ ਧਰਤੀ ਤੇ ਆਓ, ਇੱਥੇ ਆ ਕੇ ਅਸੀਂ ਇੱਥੇ ਅਰਦਾਸ ਕਰਕੇ ਤੁਰੀਏ ਕਿ ਅਸੀਂ ਇੱਕ ਸਾਡਾ ਕੋਈ ਨਿੱਜੀ ਹਿੱਤ ਨਹੀਂ ਹੈਗਾ, ਅਸੀਂ ਪੰਜਾਬ ਲਈ ਲੜਾਂਗੇ, ਅਸੀਂ ਪੰਜਾਬੀਅਤ ਲਈ ਲੜਾਂਗੇ। ਸੋ ਇਹ ਬਹੁਤ ਵੱਡੀ ਅੱਜ ਲੋੜ ਹੈ। ਤਾਂ ਕਰਕੇ ਮੈਂ ਵਾਰ-ਵਾਰ ਬੇਨਤੀਆਂ ਕਰਦਾ ਵੀ ਛੱਡੋ ਯਾਰ ਗਿਲੇ ਸਿਕਵਿਆਂ, ਸਗੋਂ ਛੱਡੋ ਇਹਨਾਂ ਝਗੜਿਆਂ ਨੂੰ ਝੇੜਿਆਂ ਨੂੰ, ਇੱਥੇ ਸੌਹਾਂ ਪਾ ਕੇ ਅਰਦਾਸਾਂ ਕਰਕੇ ਚਲੋ ਫਿਰ ਜੇ ਪੰਜਾਬ ਨੂੰ ਆਪਾਂ ਪੈਰਾਂ ਤੇ ਖੜਾ ਕਰਨਾ। ਪਾਰਟੀ ਦਾ ਅਨਾਉਂਸਮੈਂਟ ਕਰ ਦਿੱਤੀ ਗਈ ਹੈ, ਜਿਹੜੀ ਬੱਬੂ ਮਾਨ ਹੋਣਾ ਵੱਲੋਂ ਪਾਰਟੀ ਦਾ ਅਨਾਉਂਸ ਕੀਤਾ ਗਿਆ, ਕਿਸ ਤਰ੍ਹਾਂ ਵੇਖਦੇ? ਨਹੀਂ, ਉਹ ਪਾਰਟੀ ਨਹੀਂ ਹੈਗੀ ਬਾਈ ਜੀ, ਉਹਨਾਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ, ਉਹਨਾਂ ਨੇ ਇੱਕ ਜਿਹੜਾ ਸਵਾਲ ਕਰੂਗਾ ਸਿਆਸਤਦਾਨਾਂ ਨੂੰ, ਉਹਨਾਂ ਨੇ ਇੱਕ ਏਜੰਡਾ ਰੱਖਿਆ ਹੈ, ਉਹਨਾਂ ਨੇ ਇੱਕ ਰੋਡ ਮੈਪ ਦਿੱਤਾ। ਅਮਤੋਜ ਮਾਨ ਬਾਈ ਵਰਗੇ ਨੇ, ਹੋਰ ਵੀ ਕਈ, ਹਮੀਰ ਸਿੰਘ ਵਰਗੇ ਨੇ, ਢਾਲੀਵਾਲ ਸਾਹਿਬ ਆ, ਕਈ ਚੰਗੇ ਬੰਦੇ, ਗੁਲਪਨਾਗ ਆ, ਮਤਲਬ ਕਿ ਮੁੰਡਾ ਉਹ ਜਿਹੜਾ ਪਹਿਲਵਾਨ ਆ ਜੱਸਾ ਪੱਟੀ ਵਾਲਾ, ਬੜੇ ਬੰਦੇ ਨੇ ਜਿਨ੍ਹਾਂ ਨੇ ਮਤਲਬ ਕਿ ਇਕੱਠੇ ਹੋ ਕੇ, ਬੁੱਧੀਜੀਵੀ ਨੇ, ਲਿਖਾਰੀ ਨੇ, ਉਹਨਾਂ 'ਚ ਪੱਤਰਕਾਰ ਨੇ, ਉਹਨਾਂ ਦੇ ਵਿੱਚ ਗਾਉਣ ਵਾਲੇ ਕਲਾਕਾਰ ਨੇ। ਤਾਂ ਉਹਨਾਂ ਨੇ ਇੱਕ ਏਜੰਡਾ ਸੈੱਟ ਕੀਤਾ, ਏਜੰਡਾ ਤੈਅ ਕੀਤਾ ਵੀ ਆਹ ਏਜੰਡੇ ਦੇ ਉੱਤੇ ਜਾ ਕੇ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ। ਸੋ ਇਹ ਚੰਗੀ ਗੱਲ ਹੈ ਜੇ ਉਹ ਏਜੰਡੇ ਦੇ ਉੱਤੇ ਪਹਿਰਾ ਦੇ ਕੇ ਕੋਈ ਸਿਆਸੀ ਪਾਰਟੀਆਂ ਮੈਦਾਨ 'ਚ ਆਉਣਗੀਆਂ। ਜੇ ਅਸੀਂ ਉਹੀ ਗੱਲ ਕਰਨੀ ਹੈ, ਅਸੀਂ ਸਾਲ ਫਿਰ ਕਾਹਦੇ ਲਈ ਬੈਠੇ, ਕਾਹਦੇ ਲਈ 700 ਜਾਨ ਗਵਾਈ, ਕਾਹਦੇ ਲਈ ਅਸੀਂ ਅਰਬਾਂ ਰੁਪਈਆ ਸਾਡਾ ਉੱਥੇ ਲੱਗਿਆ, ਜੇ ਫਿਰ ਅਸੀਂ ਇੱਥੇ ਆ ਕੇ ਉਹੀ ਬਾਦਲਾਂ ਦੇ ਤੇ ਉਹੀ ਕਾਂਗਰਸੀਆਂ ਦੀ ਝੋਲੀ 'ਚ ਜਾ ਕੇ ਬਹਿਣਾ, ਫਿਰ ਤਾਂ ਫਾਇਦਾ ਹੀ ਨਹੀਂ ਸੀ ਬਾਈ। ਫਿਰ ਤਾਂ ਨਾ ਲੜੋ, ਫਿਰ ਤਾਂ ਲੋੜ ਹੀ ਨਹੀਂ ਸੀਗੀ। ਫਿਰ ਇਹਦਾ ਇਹਨਾਂ ਜ਼ਿੰਮੇਵਾਰ ਕੌਣ ਨੇ? ਕੀ ਸੈਂਟਰ ਜ਼ਿੰਮੇਵਾਰ ਹੈ? ਕੀ ਇਕੱਲਾ ਮੋਦੀ ਜ਼ਿੰਮੇਵਾਰ ਹੈ? ਕੀ ਬਾਦਲ ਨਹੀਂ ਜ਼ਿੰਮੇਵਾਰ? ਕੀ ਕਾਂਗਰਸ ਨਹੀਂ ਜ਼ਿੰਮੇਵਾਰ? ਪਰ ਸਾਡੇ ਲੋਕਾਂ ਦਾ ਬਾਈ ਕਿੱਥੇ ਚਲਿਆ ਗਿਆ ਜ਼ਮੀਰ? ਯਾਰ ਕਿਉਂ ਨਹੀਂ ਇਹ ਸੋਚਦੇ ਕਿ ਇਹਨਾਂ ਨੇ ਤਬਾਹ ਕਰਤਾ ਪੰਜਾਬ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਨਾ ਅਸੀਂ ਸੰਭਲੇ, ਨਾ ਲੜਾਈ ਲੜੀ, ਨਾ ਇਕੱਠੇ ਹੋਏ, ਇਹ ਪੰਜਾਬ ਬਾਈ ਰਹਿਣ ਯੋਗ ਰਹਿਣਾ ਹੀ ਨਹੀਂ। ਇਹਦੇ ਜਿੰਨੇ ਵੀ ਸਾਡੇ ਆਪਾਂ ਕੁਦਰਤੀ ਸਰੋਤ ਆ, ਚਾਹੇ ਪਾਣੀ ਹੋਣ, ਚਾਹੇ ਹਵਾਵਾਂ ਹੋਣ, ਚਾਹੇ ਧਰਤੀ ਹੋਵੇ, ਸਭ ਕੁਝ ਜ਼ਹਿਰੀਲਾ ਹੋ ਚੁੱਕਿਆ ਬਾਈ। ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ, ਘਰ ਸੁੰਨੇ ਹੋ ਰਹੇ ਨੇ, ਜਵਾਨੀ ਚੱਟਿਆਂ ਦੇ ਰਾਹ ਪੈ ਕੇ ਮਰ ਰਹੀ ਹੈ। ਸਾਡੇ ਪੱਲੇ ਰਿਹਾ ਕੀ ਹੈ? ਦਿਖਦਾ ਕੋਈ ਚੰਗਾ ਤੁਹਾਨੂੰ ਕੋਈ ਰੌਸ਼ਨ ਭਵਿੱਖ ਦਿਖਦਾ ਕਿ ਆਉਣ ਵਾਲਾ ਸਮਾਂ ਵਧੀਆ ਦਿਖਦਾ ਹੋਵੇ? ਸਤਿ ਸ਼੍ਰੀ ਅਕਾਲ, ਦੇਖ ਰਹੇ ਹੋ ਦੇਸ਼ ਪ੍ਰਦੇਸ਼ ਟੀਵੀ, ਮੈਂ ਹਾਂ ਅਮਰੀਕ ਟੁਰਨਾ। 1960-70 ਦੇ ਦਹਾਕੇ 'ਚ ਜਦੋਂ ਸਾਡੇ ਦੇਸ਼ 'ਚ ਹਰੀ ਕ੍ਰਾਂਤੀ ਆਉਂਦੀ ਹੈ, ਉਦੋਂ ਤੋਂ ਰੇਹਾਂ ਸਪਰੇਹਾਂ ਦਾ ਜਿਹੜੀ ਵਰਤੋਂ ਆ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਉਹਦੇ ਪ੍ਰਭਾਵ ਨਹੀਂ, ਮਾਰੂ ਪ੍ਰਭਾਵ ਮੈਂ ਕਹਾਂਗਾ ਕਿ ਮਾਰੂ ਪ੍ਰਭਾਵ ਅਗਲੇ ਦਹਾਕਿਆਂ 'ਚ ਵੇਖਣ ਨੂੰ ਮਿਲਦੇ ਆ। ਤੇ ਅੱਜ ਅਸੀਂ ਪਿੰਡ ਕ੍ਰਿਸ਼ਨਪੁਰਾ ਦੇ ਇੱਕ ਫਾਰਮ ਤੇ ਪਹੁੰਚੇ ਹਾਂ, ਗਰੇਵਾਲ ਫਾਰਮ ਤੇ। ਚਰਨਦੀਪ ਸਿੰਘ ਗਰੇਵਾਲ ਹੁਣੀ ਇਸ ਫਾਰਮ ਦੇ ਓਨਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੁਦਰਤੀ ਖੇਤੀ ਕਰਦੇ ਨੇ
ਬੜਾ ਵਧੀਆ ਇਹਨਾਂ ਦਾ ਸੈਟਅਪ ਆ। ਨਾਲੇ ਤੁਹਾਨੂੰ ਫਾਰਮ ਦਿਖਾਵਾਂਗੇ, ਨਾਲੇ ਜਿਹੜੀਆਂ ਕਿਸਮ ਦੀ ਖੇਤੀ ਕਰਦੇ ਨੇ, ਜਿਹੜੀਆਂ ਫਸਲਾਂ ਇਹ ਲੈਂਦੇ ਨੇ ਆਪਣੇ ਖੇਤ ਦੇ ਵਿੱਚੋਂ, ਉਹ ਸਾਰੀਆਂ ਵੀ ਤੁਹਾਨੂੰ ਵਿਖਾਉਂਦੇ ਆ। ਪਹਿਲੀ ਗੱਲ ਇੱਕ ਬੜੀ ਕਮਾਲ ਦੀ ਲੱਗੀ ਕਿ ਬਹੁਤ ਸਾਰੇ ਸੱਜਣ ਵੇਖਣ ਆਉਂਦੇ ਨੇ। ਆਪਾਂ ਵੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀਗੇ ਕਿ ਮੈਨੂੰ ਲੱਗਦਾ ਰੋਜ਼ ਆਉਣਾ ਜਾਣਾ ਲੱਗਿਆ ਰਹਿੰਦਾ ਹੋਣਾ ਇਸ ਤਰ੍ਹਾਂ। ਦੇਖੋ, ਲੋਕਾਂ ਨੂੰ ਅੱਜ ਕੱਲ ਆਪਣੀ ਸਿਹਤ ਦਾ ਬਹੁਤ ਫਿਕਰ ਹੋ ਗਿਆ। ਖਾਸ ਕਰ ਜਦ ਦਾ ਕੋਵਿਡ-19 ਆਇਆ ਹੈ ਜੀ, ਇਹ ਗੱਲ ਸਮਝ ਆ ਗਈ ਵੀ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਬਿਲਕੁਲ ਠੀਕ ਹੈ ਜੀ। ਔਰ ਜਿਹੜੀ ਚੀਜ਼ ਤੁਸੀਂ ਆਪਣੇ ਸਰੀਰ 'ਚ ਦਿਨ 'ਚ 3 ਦਫਾ ਪਾਉਣੀ ਹੈ, ਆਪਣੇ ਬਜ਼ੁਰਗਾਂ ਦੇ ਸਰੀਰ 'ਚ ਪਾਉਣੀ ਹੈ ਤੇ ਨਿਆਣਿਆਂ ਦੇ ਸਰੀਰ 'ਚ ਪਾਉਣੀ ਹੈ, ਉਹ ਕਹੀ ਜੀ ਪਾਉਣੀ ਹੈ। ਹੁਣ ਲੋਕੀ ਸੋਚਣ ਲੱਗ ਗਏ। ਬਿਲਕੁਲ। ਤੇ ਹੁਣ ਦੇਖੋ ਉਹਦੇ 'ਚ ਫਿਰ ਉਹਨਾਂ ਨੂੰ ਇਹ ਵੀ ਸਮਝ ਆ ਗਈ ਬਈ ਜਿਹੜੀ ਰਸਾਇਣਿਕ ਖੇਤੀ ਹੈ ਉਹਦੇ ਜਿਹੜੇ ਪ੍ਰੋਡਕਟ ਨੇ ਉਹਦੇ 'ਚ ਰਸਾਇਣ ਰਹਿ ਜਾਂਦਾ ਹੈ ਜੀ। ਤੇ ਤਕਰੀਬਨ 50 ਸਾਲ ਤੋਂ ਉੱਪਰ ਦਾ ਅੱਜ ਕੱਲ ਕੋਈ ਵੀ ਬੰਦਾ ਹੈਗਾ ਉਹ ਕੋਈ ਨਾ ਕੋਈ ਕਿਸਮ ਦੀ ਦਵਾਈ ਖਾਂਦਾ ਹੈ। ਬਿਲਕੁਲ। ਔਰ ਜਿਹੜੀ ਦਵਾਈ ਹੈ, ਦਵਾਈ ਵੀ ਰਸਾਇਣਾਂ ਦੀ ਬਣਦੀ ਹੈ ਜੀ। ਤੇ ਜਦੋਂ ਰਸਾਇਣ ਤੁਹਾਡੇ ਦੋ ਪਾਸਿਓਂ ਅੰਦਰ ਜਾਂਦੇ ਨੇ ਫਿਰ ਕੰਮ ਖਰਾਬ ਹੀ ਹੋਣਾ ਹੈ। ਫਿਰ ਕੰਮ ਖਰਾਬ ਹੋਣਾ ਹੈ। ਜਾਂ ਜਿਵੇਂ ਮੈਨੂੰ ਕਿਸੇ ਨੇ ਕਿਹਾ ਸੀ, ਫਿਰ ਅੰਦਰ ਭੰਗੜਾ ਪੈਣਾ ਹੀ ਪੈਣਾ ਹੈ। ਬਿਲਕੁਲ। ਅੱਛਾ, ਕਿੰਨੀ ਖੇਤੀ ਤੁਸੀਂ ਕਰਦੇ ਹੋ ਤੇ ਉਸ ਰਕਬੇ ਦੇ ਵਿੱਚੋਂ ਕਿੰਨੀਆਂ ਫਸਲਾਂ ਕੱਢਦੇ ਹੋ? ਅਸੀਂ ਤਕਰੀਬਨ 8 ਕਿੱਲਿਆਂ 'ਚ ਕਰ ਰਹੇ ਹਾਂ ਜੀ ਕੁਦਰਤੀ ਖੇਤੀ। ਹਾਂ। ਔਰ ਉਹਦੇ 'ਚੋਂ ਸਾਲ 'ਚ ਅਸੀਂ 50 ਤੋਂ ਉੱਪਰ ਕਿਸਮ ਦੀ ਫਸਲਾਂ ਕੱਢ ਲੈਂਦੇ ਹਾਂ। ਇਹਦੇ 'ਚ ਸਾਡੀਆਂ ਜਿਹੜੀ ਮੌਸਮੀ ਸਬਜ਼ੀਆਂ ਨੇ ਉਹ ਆ ਜਾਂਦੀਆਂ ਨੇ। 2 ਕਿਸਮ ਦੀ ਅਸੀਂ ਕਣਕਾਂ ਕੱਢ ਲੈਂਦੇ ਹਾਂ, ਸ਼ਰਬਤੀ ਤੇ ਕਾਲੀ ਕਣਕ। ਪਿਛਲੇ 2-3 ਸਾਲਾਂ ਤੋਂ ਅਸੀਂ ਜੀਰੀ ਨਹੀਂ ਲਾਈ ਹੈ, ਪਰ ਸਾਡੇ ਕੋਲ 3 ਕਿਸਮ ਦੀ ਜੀਰੀ ਦਾ ਬੀਜ ਹੈਗਾ। ਅਸੀਂ ਬਾਸਮਤੀ, ਕਾਲੀ ਤੇ ਲਾਲ ਜੀਰੀ ਕੱਢਦੇ ਹਾਂ ਜੀ। ਫਿਰ ਅਸੀਂ 5-6 ਕਿਸਮ ਦੀਆਂ ਸਾਡੀਆਂ ਦਾਲਾਂ ਹੋ ਜਾਂਦੀਆਂ ਨੇ। ਓਕੇ। ਮਾਂ, ਮੂੰਗੀ, ਮਸਰ, ਅਰਹਰ, ਚਨੇ ਦੀ ਦਾਲ ਜੀ। ਤੇ 2 ਅਸੀਂ ਕਿਸਮਾਂ ਪਹਾੜੀ ਕਿਸਮਾਂ ਨੇ ਜਿਹੜੀਆਂ ਪਿਛਲੇ ਸਾਲ ਅਸੀਂ ਤਜਰਬਾ ਕੀਤਾ ਸੀ, ਸਾਨੂੰ ਐਤਕੀ ਹੌਸਲਾ ਹੋ ਗਿਆ ਵੀ ਉਹ ਚੱਲ ਪਊਗੀ ਜੀ। ਉਹ ਲਾਈਆਂ ਨੇ ਅਸੀਂ। ਓਕੇ। ਫਿਰ ਸਾਡੇ ਆ ਗਿਆ, ਤੁਸੀਂ ਦੇਖੋ, ਹਲਦੀ, ਲਸਣ, ਆਲੂ, ਪਿਆਜ਼, ਜੀਰਾ, ਕਲੌਂਜੀ, ਅੱਛਾ, ਅਜਵਾਇਣ। ਫਿਰ ਅਸੀਂ ਆ ਜਾਂਦੇ ਆ ਮੂੰਗਫਲੀ ਤੇ। ਜੀ। ਮੂੰਗਫਲੀ ਦਾ ਅਸੀਂ ਤੇਲ ਕੱਢ ਲੈਂਦੇ ਆ। ਓਕੇ। ਸਰੋਂ ਲਾਉਂਦੇ ਆ, ਸਰੋਂ ਦਾ ਤੇਲ ਆ ਜਾਂਦਾ ਸਾਡੇ ਕੋਲ ਜੀ। ਤੇ ਹੋਰ ਕੁਝ ਸਾਡੀਆਂ ਜਿਵੇਂ ਹੁਣ ਰਾਗੀ ਲੱਗੀ ਹੈ, ਮਿਲਟਸ ਅਸੀਂ ਕੁਝ ਟਰਾਈ ਕਰ ਰਹੇ ਆ ਜੀ। ਫਰੂਟ ਦਾ ਬਾਗ ਅਸੀਂ ਲਾਇਆ ਹੈ। ਇਸ ਸਾਲ ਤੋਂ ਸਾਡੇ ਉਹਦਾ ਫਲ ਵੀ ਨਿਕਲਣਾ ਸ਼ੁਰੂ ਹੋ ਜਾਊਗਾ ਜੀ। ਇਹ ਸਾਰਾ ਬੀਜਿਆ ਵੀ ਮੈਨੂੰ ਲੱਗਦਾ ਸਿਆਲੂ ਸਬਜ਼ੀ ਦੇ ਵਿੱਚੋਂ ਚੀਜ਼ਾਂ ਬੀਜ ਦਿੱਤੀਆਂ ਗਈਆਂ ਨੇ। ਹਾਂਜੀ, ਇਹ ਸਾਡਾ ਲਸਣ ਲੱਗਿਆ ਹੋਇਆ। ਇਹਦੇ ਤੇ ਅਸੀਂ ਮਲਚਿੰਗ ਕਰ ਦਿੰਦੇ ਹਾਂ। ਜਿਹੜੀ ਪੁਰਾਣੀ ਪਰਾਲੀ ਪਈ ਹੁੰਦੀ ਹੈ ਸਾਡੇ ਕੋਲ, ਉਹਦੇ ਨਾਲ ਖੱਬਲ ਘੱਟ ਹੁੰਦਾ ਹੈ, ਮੋਇਸਚਰ ਰਿਟੈਂਸ਼ਨ ਚੰਗੀ ਹੋ ਜਾਂਦੀ ਹੈ। ਤੇ ਜਿਹੜਾ ਥੱਲੇ ਆਪਣੇ ਜੀਵ ਜੰਤੂ ਨੇ ਜੀ, ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ। ਇਹਦੇ 'ਚ ਮਾਡਰਨ ਜਿਵੇਂ ਉਹੀ ਕਰਦੇ ਨੇ, ਬੈੱਡ ਬਣਾ ਕੇ ਉੱਤੇ ਤਰਪਾਲ ਪਾ ਕੇ ਤੇ ਵਿੱਚ ਛੇਕ ਕੱਢ ਕੇ ਲਾ ਰਹੇ ਆ। ਇਹਦੇ 'ਚ ਕੋਈ ਖਰਚਾ ਨਹੀਂ। ਤੇ ਇਹਦੇ 'ਚ ਫਰਕ ਇਹ ਹੈ ਵੀ ਉਹ ਜਿਹੜੀ ਤੁਸੀਂ ਜਦੋਂ ਤਰਪਾਲ ਪਾਤੀ, ਪਲਾਸਟਿਕ ਪਾਤਾ ਜੀ, ਪਲਾਸਟਿਕ ਦੇ ਵਿੱਚੋਂ ਦੀ ਤੁਹਾਡੀ ਧੁੱਪ ਦੀ ਜਿਹੜੀ ਗਰਮੈਸ਼ ਹੈ ਉਹ ਅੰਦਰ ਟਰੈਪ ਹੋ ਜਾਂਦੀ ਹੈ। ਔਰ ਜਿਹੜੀ ਹਵਾ ਲੱਗਣੀ ਆਉਣੀ ਜਾਣੀ ਹੈ ਉਹ ਬੰਦ ਹੋ ਜਾਂਦੀ ਹੈ ਜੀ। ਸੋ ਔਰ ਇੱਥੇ ਆਪਣੀ ਪੁਰਾਣੀ ਜਿਹੜੀ ਖੇਤੀ ਦੀ ਸੋਚ ਹੈ ਜੀ ਤੇ ਜਿਹੜੀ ਬਾਹਰਲੀ ਖੇਤੀ ਦੀ ਸੋਚ ਸਾਡੇ ਤੇ ਪਾਈ ਗਈ ਹੈ, ਉਹਦਾ ਫਰਕ ਆ ਜਾਂਦਾ ਹੈ ਜੀ। ਜਿਹੜੀ ਬਾਹਰਲੀ ਖੇਤੀ ਦੀ ਸੋਚ ਹੈ ਉਹ ਇਹ ਹੈ ਵੀ ਮਾਰ ਕੇ ਮੈਂ ਕੰਮ ਕਰਾਂ। ਅਸੀਂ ਕਹਿੰਦੇ ਆ ਵੀ ਚਲੋ, ਜਿਵੇਂ ਜਦੋਂ ਪੁਰਾਣੇ ਬੀਜਦੇ ਸੀਗੇ ਜੀ, ਉਹ ਜਦੋਂ ਪੋਰਾ ਚਲਾਉਂਦੇ ਸੀ ਜਾਂ ਛਿੱਟਾ ਮਾਰਦੇ ਸੀ, ਔਰ ਉਹ ਕਹਿੰਦੇ ਸੀ ਇੱਕ ਹਾਲੀ ਦੀ, ਇੱਕ ਪਾਲੀ ਦੀ, ਇੱਕ ਚਿੜੀ ਦੀ, ਇੱਕ ਜੌਰ ਦੀ। ਸਹੀ ਹੈ। ਯਾਨੀ ਕਿ ਜਿਹੜਾ ਮੈਂ ਬੀਜ ਰਿਹਾ ਅੱਜ ਬੀਜ, ਇਹਦੇ ਚੋਂ ਜੋ ਆਊਗਾ ਉਹਦੇ ਚੋਂ ਇੱਕ ਹਿੱਸਾ ਹਾਲੀ ਦਾ ਹੈ, ਜਿਹੜਾ ਹਲ ਜੋਤ ਰਿਹਾ ਜੀ। ਇੱਕ ਹਿੱਸਾ ਹੋਊਗਾ ਪਾਲੀ ਦਾ, ਜਿਹੜੇ ਲੋਕ ਉਸ ਕਿਸਾਨ ਦੇ ਉੱਪਰ ਪਲਦੇ ਨੇ, ਚਾਹੇ ਉਹਦਾ ਟੱਬਰ ਹੋਵੇ, ਚਾਹੇ ਸੀਰੀ ਹੋਣ, ਚਾਹੇ ਕੋਈ ਵੀ ਹੋਵੇ ਜੀ। ਇੱਕ ਹਿੱਸਾ ਹੋਵੇ ਚਿੜੀ ਦਾ, ਵੀ ਹਾਂ, ਜਾਨਵਰਾਂ ਲਈ ਵੀ ਰੱਖਣਾ ਹੈ, ਚਿੜੀਆਂ ਦਾ। ਇੱਕ ਹਿੱਸਾ ਜੌਰ ਦਾ, ਜਿਹੜੇ ਜਾਨਵਰ ਫਿਰਦੇ ਨੇ ਉਹਦੇ ਵਿੱਚ। ਸੋ ਸਾਰਿਆਂ ਦੀ ਪ੍ਰਾਰਥਨਾ ਕਰਕੇ ਫੇਰ ਬੀਜਦੇ ਸੀ। ਸੋ ਇਹ ਫਰਕ ਆ ਜਾਂਦਾ ਉਹਨਾਂ ਦੀ ਤੇ ਸਾਡੀ ਸੋਚਣੀ 'ਚ। ਸੋ ਤਾਂ ਹੀ ਜਿਹੜੇ ਅਸੀਂ ਮਲਚਿੰਗ ਕਰਦੇ ਆ ਇਹੀ ਜੀ ਬਗੈਰ ਪਲਾਸਟਿਕ ਤੋਂ, ਇਹਦੇ ਅਸੀਂ ਮਾਰਨ ਦੀ ਨਹੀਂ ਗੱਲ ਕਰਦੇ। ਅਸੀਂ ਤਾਂ ਕਹਿੰਦੇ ਜੀਵ ਜੰਤੂ ਹੋਰ ਵਧਣ, ਕਿਉਂਕਿ ਅਸੀਂ ਜਿਹੜੀ ਕਰਦੇ ਆ ਉਹ ਕਰਦੇ ਆ ਕੁਦਰਤੀ ਖੇਤੀ। ਔਰ ਕੁਦਰਤੀ ਖੇਤੀ ਦਾ ਮਤਲਬ ਇਹ ਹੈ ਵੀ
ਆਰਗੈਨਿਕ ਔਰ ਬਾਕੀਆਂ ਨਾਲੋਂ ਸਾਰਿਆਂ ਨਾਲੋਂ ਫਰਕ ਇਹ ਹੈ ਵੀ ਅਸੀਂ ਇਹ ਮੰਨ ਲਿਆ ਪਹਿਲੀ ਗੱਲ ਕਿ ਸਭ ਤੋਂ ਜ਼ਿਆਦਾ ਸਮਝਦਾਰ ਤੇ ਤਾਕਤਵਰ ਕੁਦਰਤ ਹੈ। ਅਸੀਂ ਕੁਦਰਤ ਨੂੰ ਕੰਟਰੋਲ ਨਹੀਂ ਕਰ ਸਕਦੇ, ਕੁਦਰਤ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਣਾ, ਸਾਨੂੰ ਚੱਲਣਾ ਪੈਣਾ ਹੈ ਜੀ। ਠੀਕ ਹੈ। ਪਰ ਜਦੋਂ ਦੂਸਰੀ ਨਦੀਨਾਂ ਵਾਲੀ ਜਿਹੜੀ ਆਪਾਂ ਵਰਤਦੇ ਆ, ਕੀਟਨਾਸ਼ਕ ਵਰਤਦੇ ਆ, ਨਦੀਨ ਵੀ ਹੁੰਦੇ ਨੇ, ਉਹਦੇ ਲਈ ਆਪਾਂ ਵਰਤ ਲੈਂਦੇ ਆ ਕੀਟਨਾਸ਼ਕ, ਕੁਛ ਵੀ ਇਦਾਂ ਦਾ ਹੈਗਾ, ਨਦੀਨਨਾਸ਼ਕ ਵਰਤਦੇ ਆ। ਪਰ ਜਦੋਂ ਹੁਣ ਤੁਸੀਂ ਕੁਦਰਤੀ ਦੇ ਵਿੱਚ ਆ ਗਏ, ਉੱਥੇ ਕੀਟ ਵੀ ਨੇ, ਨਦੀਨ ਵੀ ਨੇ, ਹਾਂਜੀ, ਉਹ ਸ਼ੁਰੂਆਤੀ ਦੌਰ 'ਚ ਕਿਵੇਂ ਨਜਿੱਠਿਆ ਜਾਊਗਾ? ਬਾਅਦ 'ਚ ਤਾਂ ਹੌਲੀ ਹੌਲੀ ਪਤਾ ਲੱਗ ਜਾਂਦਾ ਹੈ। ਤੁਸੀਂ ਇਹ ਦੇਖੋਗੇ ਵੀ ਕੁਦਰਤ ਨੇ ਸੰਤੁਲਨ ਬਣਾਇਆ ਵੀ ਜਿੱਥੇ ਉਹਨੇ ਸ਼ਿਕਾਰ ਭੇਜੇ ਉੱਥੇ ਸ਼ਿਕਾਰੀ ਵੀ ਭੇਜਿਆ ਜੀ। ਕੋਈ ਇੱਕ ਚੀਜ਼ ਐ ਨਹੀਂ ਹੈ ਵੀ ਦੂਜੇ ਤੇ ਬਹੁਤ ਹੀ ਹਾਵੀ ਹੋ ਕੇ ਰਵੇ, ਕਿਉਂਕਿ ਫਿਰ ਸਿਸਟਮ ਟੁੱਟ ਜਾਂਦਾ ਹੈ। ਸੋ ਜਿਹੜਾ ਕੀਟ ਆਉਂਦਾ ਇੱਥੇ ਉਹਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਪਹਿਲਾਂ ਤਾਂ ਦੇਖੋ ਕਿਹੋ ਜਿਹਾ ਕੀਟ ਹੈ ਜੀ, ਉਹ ਮੇਰੀ ਫਸਲ ਨੂੰ ਨੁਕਸਾਨ ਕਰਨ ਵਾਲਾ ਹੈ ਜਾਂ ਉਹ ਨਹੀਂ ਕਰੂਗਾ ਜੀ। ਦੂਜੇ ਸਟੈਪ ਵਿੱਚ ਅਸੀਂ ਦੇਖਣਾ ਹੈ ਵੀ ਇਹ ਮੇਰੀ ਫਸਲ 'ਚ ਕਿੰਨਾ ਫੈਲਿਆ ਹੋਇਆ ਹੈ। ਜੀ, ਜਿੰਨਾ ਫਸਲ ਨੂੰ ਨੁਕਸਾਨ ਕੀਟ ਨੇ ਕਰਨਾ ਹੈ, ਜੇ ਉਹਦਾ ਤੁਸੀਂ ਮੁੱਲ ਲਾਓ ਔਰ ਜਿਹੜਾ ਆਪਾਂ ਉਹਦੇ ਤੇ ਸਪਰੇਅ ਵਗੈਰਾ ਕਰਦੇ ਨੇ, ਜਿਹੜੇ ਰਸਾਇਣਿਕ ਕਰਦੇ ਨੇ ਜੀ, ਉਹ ਬੈਠਦਾ ਨਹੀਂ ਹੈ। ਤੁਸੀਂ ਰਸਾਇਣਿਕ ਤੇ ਖਰਚਾ ਜ਼ਿਆਦਾ ਕਰੀ ਬੈਠੇ ਹੋ ਤੇ ਜਿਹੜਾ ਕੀਟ ਨੇ ਤੁਹਾਡਾ ਅਸਲ 'ਚ ਨੁਕਸਾਨ ਕਰਨਾ ਸੀ ਉਹ ਘੱਟ ਹੋਣਾ ਘੱਟ ਕਰਨਾ ਸੀ, ਜੇ ਤੁਸੀਂ ਇਹ ਪੂਰਾ ਆਪਣਾ ਫੋਲੋ ਕਰੋ। ਆਪਾਂ ਕਿਸਾਨ ਨੂੰ ਬਹੁਤਾ ਹੀ ਵਿਚਾਰਾ ਕਰ ਦਿੰਨੇ ਆ ਜੇ ਆਪਾਂ, ਔਰ ਕਿਸਾਨ ਤੋਂ ਤਕੜਾ ਕੋਈ ਨਹੀਂ ਹੈ ਜੀ। ਅੱਜ ਦੀ ਡੇਟ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜਾ ਕਿਸਾਨ ਪੈਦਾ ਨਹੀਂ ਕਰ ਸਕਦਾ ਆਪ। ਬਿਲਕੁਲ। ਜਿਹੜੀ ਦੂਸਰੀ ਫਸਲ ਆ, ਮੰਨ ਲਓ ਝੋਨਾ 30 ਤੋਂ ਪਲੱਸ ਜਾਂਦਾ ਕੁਇੰਟਲ ਦੇ ਵਿੱਚ ਝਾੜ ਜਿਹੜਾ ਆਉਂਦਾ ਕਿੱਲੇ ਦਾ, ਹਾਂਜੀ। ਤੇ ਜੇ ਤੁਸੀਂ ਕੁਦਰਤੀ ਕਰਦੇ ਹੋ, ਖੇਤੀ ਕਰਦੇ ਹੋ, ਉਹਦੇ 'ਚ ਫਿਰ ਝਾੜ ਦਾ ਕਿੰਨਾ ਕੁ ਫਰਕ ਪੈਂਦਾ ਜਾਂ ਹੋਰ? ਸਾਡਾ ਟੱਕਰ ਬਰਾਬਰ ਦੀ ਰਹਿੰਦੀ ਹੈ। ਅੱਛਾ। ਹਾਂ, ਅਸੀਂ 3 ਸਾਲ ਪਹਿਲਾਂ ਅਸੀਂ ਲਾਈ ਸੀ ਬਾਸਮਤੀ। ਅੱਛਾ। ਪੰਜਾਬ ਯੂਨੀਵਰਸਿਟੀ ਤੋਂ ਬੀਜ ਲਿਆਂਦਾ ਸੀ, PV 5 ਸੀਗਾ। ਅੱਛਾ। ਤੇ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਰੇ ਇਹਨਾਂ ਤਰੀਕਿਆਂ ਨਾਲ ਜੇ ਤੁਸੀਂ ਖੇਤੀ ਕਰੋ, ਜਿਹੜੀ ਉਹਨਾਂ ਦੀ ਪੈਕੇਜ ਆਫ ਪ੍ਰੈਕਟਿਸਿਸ ਹੈ, ਉਹਦੇ 'ਚ ਮੇਰਾ ਖਿਆਲ ਉਹਨਾਂ ਨੇ 16 ਕੁਇੰਟਲ ਕਿਹਾ ਸੀ। ਓਕੇ। ਵੀ ਕਿੱਲੇ ਦਾ ਇੰਨਾ ਨਿਕਲੇਗਾ। ਅਸੀਂ ਕੁਦਰਤੀ ਖੇਤੀ ਨਾਲ ਉਹ ਤੋਂ ਵੱਧ ਕੱਢਿਆ ਸੀ। ਸੋ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਚੰਗਾ ਲੱਗਿਆ ਤੁਹਾਡਾ ਫਾਰਮ ਦੇਖ ਕੇ, ਤੇ ਉਮੀਦ ਕਰਦਾ ਕਿ ਸਾਡੇ ਵੀਵਰ ਜਿਹੜੇ ਨੇ ਉਹਨਾਂ ਨੂੰ ਵੀ ਤੁਹਾਡਾ ਪ੍ਰੋਜੈਕਟ ਪਸੰਦ ਆਇਆ ਹੋਊਗਾ ਤੇ ਗੱਲਾਂ ਤੋਂ ਵੀ ਜ਼ਰੂਰ ਉਹਨਾਂ ਨੇ ਕੁਝ ਨਾ ਕੁਝ ਸਿੱਖਿਆ ਹੋਊਗਾ। ਜ਼ਰੂਰ ਮੋਸਟ ਵੈਲਕਮ। ਇਹ ਯਾਦ ਰੱਖਣਾ ਕਿ ਅਸੀਂ ਇਸ ਹਫ਼ਤਾਵਾਰੀ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਸਾਡੀ ਟੀਮ ਦੇ ਕੁਝ ਸੈਗਮੈਂਟ ਜਿਹੜੇ ਹਨ ਉਹਨਾਂ ਦੇ ਵਿੱਚੋਂ ਝਲਕੀਆਂ ਹੀ ਪੇਸ਼ ਕਰਦੇ ਹਾਂ। ਪੂਰੇ ਸੈਗਮੈਂਟਸ ਸਾਡੇ ਇਸੇ YouTube ਚੈਨਲ ਤੇ ਵੱਖਰੇ ਤੌਰ ਤੇ ਤੁਸੀਂ ਵੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਤਾਜ਼ੇ ਹਰ ਰੋਜ਼ ਸੈਗਮੈਂਟਸ ਵੇਖ ਸਕੋ। ਹੁਣ ਪੁਰਾਣੀਆਂ ਯਾਦਾਂ ਦੇ ਵਿੱਚੋਂ ਇੱਕ ਹਾਸ ਰਸ ਸਕੈਟ ਹਾਜ਼ਰ ਹੈ। ਇਸ ਤੋਂ ਬਾਅਦ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ ਇੱਕ ਅਹਿਮ ਗੱਲਬਾਤ ਲੈ ਕੇ ਹਰਜਿੰਦਰ ਸਿੰਘ ਥਿੰਦ ਸ਼ਾਮਲ ਹੋ ਰਹੇ ਹਨ। ਆਏ ਉਹ ਮਰ ਗਿਆ, ਆਏ ਤਾਂ ਨਾਲ ਪੰਗਾ ਹੀ ਲੈ ਲਿਆ। ਉਹ ਬਈ ਕੌਣ ਆ? ਭੱਲਾ ਸਾਹਿਬ ਘਰੇ ਹੀ ਹੋ? ਆ ਜਾ ਬਾਲਿਆ ਲੰਘਿਆ, ਬਸ ਤੂੰ ਹੀ ਰਹਿ ਗਿਆ ਸੀ ਕਿ ਹਾਲ ਚਾਲ ਪੁੱਛਣ ਤੋਂ। ਓਏ ਹੋਏ 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 ਭੱਲਾ ਸਾਹਿਬ, ਆ ਕੀ ਹੋ ਗਿਆ? ਪੱਟੀਆਂ, ਖੂਨ ਖਰਾਬਾ, ਫੌੜੀਆਂ, ਇਹ ਤਾਂ ਕੁਦਰਤ ਦੀ ਕਰੋਪੀ ਹੋ ਗਈ ਲੱਗਦੀ ਕੋਈ। ਓਏ ਜੇ ਕਰੋਪੀ ਕੁਦਰਤ ਦੀ ਹੋਈ ਹੋਵੇ ਤਾਂ ਬੰਦਾ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ, ਤੇ ਜਿਹੜੀ ਕਰੋਪੀ ਬੰਦੇ ਵੱਲੋਂ ਹੁੰਦੀ ਆ ਉਹ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੀ। ਹਾਏ ਚਲੋ ਭੱਲਾ ਸਾਹਿਬ ਕੋਈ ਗੱਲ ਨਹੀਂ, ਸਬਰ ਕਰੋ। ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਜ਼ਿੰਦਗੀ 'ਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ। ਨਾਲੇ ਭੱਲਾ ਸਾਹਿਬ ਤੁਸੀਂ ਇਹ ਕਹਿ ਕੇ ਮਨ ਨੂੰ ਸਮਝਾਓ ਵੀ ਇਸੇ ਬਹਾਨੇ ਨਾਲ ਤੁਹਾਡੇ ਘਰ ਦੀ ਚੀਜ਼ ਬਣ ਗਈ। ਘਰ ਦੀ ਚੀਜ਼ ਬਣ ਗਈ? ਹਾਂ। ਕਿਹੜੀ ਚੀਜ਼ ਓਏ? ਆ ਫੌੜੀਆਂ। ਸ਼ਰਮ ਕਰ। ਤੇਰੇ ਵਰਗੇ ਯਾਰ ਦੋਸਤ ਹੋਣ ਨਾ ਤਾਂ ਦੁਸ਼ਮਣਾਂ ਦੀ ਲੋੜ ਨਹੀਂ। ਇਹ ਤਾਂ ਕੀ ਪੁੱਛਣਾ ਵੀ ਹੋਇਆ ਕੀ ਆ, ਉਲਟਾ ਮਜ਼ਾਕ ਕਰਨ ਡੈ ਪਿਆ। ਫਿਰ ਦੱਸ ਦਿਓ ਕੀ ਹੋਇਆ। 150 ਬੰਦੇ ਨੂੰ ਹੁਣ ਤੱਕ ਦੱਸ ਚੁੱਕਿਆ ਮੈਂ ਯਾਰ ਕੀ ਹੋਇਆ। ਭੱਲਾ ਸਾਹਿਬ ਮੈਨੂੰ ਵਿਸਥਾਰ ਨਾਲ ਦੱਸੋ, ਵਿਸਥਾਰ ਨਾਲ। ਚੰਗਾ ਫਿਰ ਉਠਾਵਾਂ? ਖੜਾ ਹੋ, ਮੇਰਾ ਮਤਲਬ ਆ ਉਹ ਪਿੱਛੇ ਸੀਨਰੀ ਦੇਖ। ਕਿਹੜੀ? ਆ ਵਿਸਥਾਰ ਨਾਲ ਦੱਸਣ ਨੂੰ ਇਹ ਬਣਾਈ ਹੈ। ਆ ਬੰਦਾ ਦੇਖ ਰਿਹਾ ਜਿਹੜਾ ਘੋੜੇ ਤੋਂ ਥੱਲੇ ਗਿਰ ਰਿਹਾ, ਜਿਹੜਾ ਗਿਰਦਾ ਪਿਆ। ਹਾਂ ਬਸ ਇਹ ਸਮਝ ਲਾ ਮੈਂ ਆ। ਅੱਛਾ। ਤੇ ਜਿਹਦੇ ਨਾਲ ਪੰਗਾ ਲਿਆ ਹਾਂ, ਉਹ ਆ ਜੰਗਲੀ ਢੱਠਾ। ਅੱਛਾ। ਪਰ ਭੱਲਾ ਸਾਹਿਬ ਤੁਸੀਂ ਤਾਂ ਸਿਆਣੇ ਬਿਆਣੇ ਬੰਦੇ ਆ, ਭਲਾ ਢੱਠੇ ਨਾਲ ਪੰਗਾ ਲੈਣ ਦੀ ਲੋੜ ਕੀ ਸੀ? ਇੱਕ ਨੰਬਰ ਦਾ ਮੂਰਖ ਬੰਦਾ।
ਤੇਰੇ ਵਰਗੇ ਬੰਦੇ ਨੂੰ ਸਮਝਾਉਣ ਨੂੰ ਮੈਂ ਸੀਨਰੀ ਬਣਾਈ ਆ, ਉਲਟਾ ਫੇਰ ਸਵਾਲ ਖੜਾ ਕਰਤਾ। ਪਰ ਦੱਸੋ ਹੋਇਆ ਕੀ ਸੀ? ਓਏ ਟੱਠੇ ਨਾਲ ਨਹੀਂ ਪੰਗਾ ਲਿਆ। ਕਿਹਦੇ ਨਾਲ? ਉਹ ਟੱਠੇ ਵਰਗੇ ਬੰਦੇ ਨਾਲ ਪੰਗਾ ਲੈ ਹੋ ਗਿਆ। ਅੱਛਾ ਅੱਛਾ, ਕਿਸੇ ਬੰਦੇ ਨਾਲ। ਆਹ। ਉਹ ਕਿਵੇਂ? ਪਰਸੋਂ ਦੀ ਗੱਲ ਆ ਯਾਰ। ਅੱਛਾ। ਮੈਂ ਅੰਮ੍ਰਿਤਸਰ ਗਿਆ ਸੀਗਾ। ਅੰਮ੍ਰਿਤਸਰ ਗਏ ਸੀ? ਮੈਨੂੰ ਹੋ ਗਿਆ ਕਵੇਲਾ। ਅੱਛਾ ਅੱਛਾ ਪੈਸੇ ਮੇਰੇ ਕੋਲ ਹੈ ਨਹੀਂ ਸੀ ਕਿਸੇ ਹੋਟਲ 'ਚ ਜਾ ਕੇ ਰਾਤ ਕੱਟ ਲਵਾਂ। ਅੱਛਾ ਰਿਸ਼ਤੇਦਾਰ ਤੈਨੂੰ ਪਤਾ ਮੇਰਾ ਕੋਈ ਨਹੀਂ। ਗੱਡੀਆਂ ਬੱਸਾਂ ਸਾਡੇ ਪਿੰਡ ਰਾਤ ਨੂੰ ਖੜਦੀਆਂ ਨੇ। ਅੱਛਾ। ਮੈਨੂੰ ਪੈ ਗਿਆ ਫਿਕਰ, ਮੈਂ ਰਾਤ ਕੱਟਾਂ ਤਾਂ ਕਿੱਥੇ ਕੱਟਾਂ। ਹਾਂ ਫਿਰ ਮੈਂ ਸੋਚਿਆ ਮਨਾ ਆ ਜਿਹੜਾ 15 ਕੁ ਦਿਨ ਬਾਅਦ ਟੈਲੀਵਿਜ਼ਨ ਤੇ ਰਾਟ ਪਾਉਣਾ, ਹਾਂ, ਵੀ ਇਹ ਕਦੋਂ ਕੰਮ ਆਊ। ਕੋਈ ਵਾਕਫੀਤ ਕੱਢ। ਕੱਢ ਕੇ ਨਾ ਜਾਣ ਪਛਾਣ। ਠੀਕ। ਮੈਂ ਹੌਸਲਾ ਜਿਹਾ ਕਰਕੇ ਨਾ ਹਾਂ। ਸ਼ਰਮਾ ਕਿਸੇ ਦਾ ਦਰਵਾਜ਼ਾ ਖੜਕਾਇਆ। ਅੱਛਾ। ਬੰਦਾ ਨਿਕਲਿਆ ਬਾਹਰ। ਆਹ ਮੈਂ ਕਿਹਾ ਜੀ ਮੈਨੂੰ ਪਛਾਣਿਆ? ਕੀ ਕਹਿੰਦਾ? ਕਹਿੰਦਾ ਪਛਾਣਨ ਨੂੰ ਤੇਰਾ ਗਦੌੜਾ ਫੇਰਿਆ। ਮੈਂ ਕਿਹਾ ਜੀ ਮੇਰਾ ਨਾਮ ਜਸਵਿੰਦਰ ਭੱਲਾ। ਫਿਰ ਕਹਿੰਦਾ? ਕਹਿੰਦਾ ਹੋਊ। ਲੈ। ਮੈਂ ਕਿਹਾ ਜੀ ਮੈਂ ਟੈਲੀਵਿਜ਼ਨ 'ਚ ਆਉਣਾ ਹੁੰਨਾ। ਹਾਂ। ਕਹਿੰਦਾ ਫਿਰ ਆਈ ਗਿਆ, ਅਸੀਂ ਮਨਾ ਕਰਦੇ ਆ। ਲੋ ਕਰ ਲੋ। ਮੈਂ ਕਿਹਾ ਜੀ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ, ਸਮਝ ਰਹੇ ਭਾਈ ਸਾਹਿਬ। ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੀ ਟੈਲੀਵਿਜ਼ਨ ਕਰਕੇ ਤੁਸੀਂ ਪਛਾਣ ਲਓ। ਮੈਂ ਆਇਆ ਸੀ ਅੰਮ੍ਰਿਤਸਰ, ਮੇਰੇ ਕੋਲ ਨਹੀਂ ਹੈਗੇ ਪੈਸੇ, ਰਾਤ ਕੱਟਣ ਨੂੰ ਕਿਤੇ ਜਗ੍ਹਾ ਨਹੀਂ, ਤੁਹਾਡੀ ਬਹੁਤ ਮਿਹਰਬਾਨੀ ਜੇ ਮੈਨੂੰ ਸਿਰ ਛਪਾਉਣ ਨੂੰ ਕਮਰਾ ਦੇ ਦਿਓ। ਕੀ ਕਹਿੰਦਾ ਫਿਰ? ਕਹਿੰਦਾ ਇਹ ਕਲਾਕਾਰਾਂ ਦੀ ਸਰਾਂ ਜਿੱਧਰ ਨੂੰ ਮੂੰਹ ਚੱਕਿਆ। ਅੱਛਾ। ਦਫਾ ਹੋ ਜਾ। ਓਏ ਹੋਏ। ਇਹ ਧੀਆਂ ਭੈਣਾਂ ਵਾਲਾ ਘਰ ਆ। ਧੀਆਂ ਭੈਣਾਂ ਵਾਲਾ ਘਰ? ਮੈਨੂੰ ਬੜਾ ਗੁੱਸਾ ਚੜਿਆ। ਉੱਥੇ? ਨਹੀਂ ਬਾਅਦ ਚ। ਅੱਛਾ। ਮੈਂ ਸੋਚਾਂ ਮਨਾ ਹਾਂ ਵੀ ਜੇ ਇਹ ਧੀਆਂ ਭੈਣਾਂ ਵਾਲਾ ਠੀਕ। ਤਾਂ ਅਸੀਂ ਛੜੇ ਛੜਾਂਗੇ। ਹਾਂ। ਪਰ ਕਿਸੇ ਨੂੰ ਕੀ ਕਿਹਾ ਜਾ ਸਕਦਾ ਸੀ? ਲੋੜ ਤੇਰੀ ਸੀ। ਲੋੜਵੰਦ ਮੈਂ ਸੀ। ਹਾਂ। ਫਿਰ ਮੈਂ ਹੌਸਲਾ ਜਿਹਾ ਕਰਕੇ ਦੂਜੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ। ਅਗਲੇ ਘਰ? ਉੱਥੇ ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਈ, ਕਿਵੇਂ? ਕਿਉਂਕਿ ਬੰਦੇ ਨੇ ਨਿਕਲਦੇ ਨੇ ਮੈਨੂੰ ਪਛਾਣ ਲਿਆ। ਕੀ ਕਹਿੰਦਾ? ਦਰਵਾਜ਼ਾ ਖੋਲਿਆ, ਬਾਹਰ ਆ ਕੇ ਕਹਿੰਦਾ ਬੱਲੇ ਭੱਲਾ ਸਾਹਿਬ ਆਏ ਨੇ। ਵਾਹ। ਮੈਂ ਕਿਹਾ ਭਾਜੀ ਮੈਨੂੰ ਪਛਾਣ ਲਿਆ? ਅੱਛਾ। ਕਹਿੰਦਾ ਹੱਥ ਹੋ ਗਈ, ਪਰਸੋਂ ਟੈਲੀਵਿਜ਼ਨ 'ਚ ਆ ਕੇ ਹਟਿਆ ਅੱਜ। ਹਾਂ। ਤੈਨੂੰ ਕੌਣ ਨਹੀਂ ਪਛਾਣੂ? ਠੀਕ। ਮੈਂ ਕਿਹਾ ਜਨਾਬ ਗੱਲ ਇਹ ਆ ਵੀ ਮੈਨੂੰ ਇੱਥੇ ਕੋਈ ਜਾਣ ਪਛਾਣ ਵਾਲਾ ਹੈ ਨਹੀਂ, ਕਵੇਲਾ ਹੋ ਗਿਆ, ਪਿੰਡ ਜਾਣਾ ਸੀ। ਜੇ ਮੈਨੂੰ ਰਾਤ ਕੱਟਣ ਨੂੰ ਆਪਣਾ ਕਮਰਾ ਦੇ ਦਿਓ ਤੁਹਾਡੀ ਬੜੀ ਮਿਹਰਬਾਨੀ। ਕੀ ਕਹਿੰਦਾ? ਜਦ ਇਹ ਪਾਸਾ ਜਿਹਾ ਪਲਟ ਕੇ ਪਤਾ ਕੀ ਕਹਿੰਦਾ? ਹਾਂ। ਉਹ ਤੈਨੂੰ ਕਮਰਾ ਕਿੱਥੋਂ ਦੇ ਦਈਏ, ਸਾਡੇ ਦਾ ਘਰੇ ਅੱਜ ਮੁੰਡੇ ਦਾ ਮੰਗਣਾ ਹੋ ਕੇ ਹਟਿਆ। ਫਿਰ ਤੁਸੀਂ ਕਿਹਾ? ਉਹ ਮੈਂ ਕਿਹਾ ਮੈਂ ਕਿਹੜਾ ਉਹਦੀ ਮੰਗ ਛਡਾਉਣਾ ਆ, ਮੈਂ ਤਾਂ ਸਿਰ ਛਪਾਉਣ ਨੂੰ ਕਮਰਾ ਮੰਗਦਾ। ਠੀਕ ਆ। ਕਹਿੰਦਾ ਤੇਰੀਆਂ ਹਰਕਤਾਂ ਪਤਾ ਟੈਲੀਵਿਜ਼ਨ ਤੇ ਕਿੱਦਾਂ ਦੀਆਂ ਨੇ, ਕੌਣ ਸ਼ਰੀਫ ਬੰਦਾ ਤੈਨੂੰ ਘਰੇ ਰਾਤ ਕਟਾ ਦੂ। ਠੀਕ ਆ। ਇਹ ਧੀਆਂ ਭੈਣਾਂ ਵਾਲਾ ਘਰ ਆ, ਦਫਾ ਹੋ ਜਾ। ਫਿਰ ਧੀਆਂ ਭੈਣਾਂ ਵਾਲਾ ਘਰ? ਮੈਂ ਸੋਚਾਂ ਮਨਾ ਐਡੇ ਵੱਡੇ ਸ਼ਹਿਰ 'ਚ ਸਾਨੂੰ ਤਾਂ ਉਹੀ ਰਾਤ ਕਟਾਊ ਜਿਹੜਾ ਸਾਡੇ ਵਰਗਾ ਕੋਈ ਕੱਲਾ ਕਹਿਰਾ ਬੰਦਾ। ਕੋਈ ਛੜਾ ਛਡਾਂਗ? ਪਰ ਐਡੇ ਸ਼ਹਿਰ 'ਚ ਪਤਾ ਕਿਵੇਂ ਕਰੀਏ ਵੀ ਜਿਹਦੇ ਘਰੇ ਧੀਆਂ ਭੈਣਾਂ ਨਹੀਂ। ਠੀਕ ਆ। ਫਿਰ ਮੈਂ ਦਿਮਾਗ ਦੇ ਘੋੜੇ ਦੜਾਏ। ਕਿਵੇਂ? ਕੀ ਦੇਖਦਾ ਵੀ ਇੱਕ ਮਕਾਨ ਦੇ ਵਿੱਚ ਹਾਂ। ਸਿਰਫ ਇੱਕ ਬੱਤੀ ਜਗ ਰਹੀ ਆ। ਅੱਛਾ। ਫਿਰ ਮੈਂ ਸੋਚਿਆ ਵੀ ਮਨਾ ਪੱਕੀ ਗੱਲ ਆ ਵੀ ਇੱਥੇ ਕੱਲਾ ਇੱਕ ਬੰਦਾ ਰਹਿ ਰਿਹਾ। ਫਿਰ ਬਣ ਗਿਆ ਕੰਮ ਤੁਹਾਡਾ? ਬਸ ਆ ਸਾਰਾ ਉੱਥੋਂ ਹੀ ਬਣਿਆ। ਓਏ ਬਾਹ ਮੇਰੀ ਟੁੱਟੀ ਪਈ ਆ। ਅੱਛਾ। ਲੱਤ ਮੇਰੀ ਖੜੀ ਆ। ਮੱਥਾ ਮੇਰਾ ਪਾਟਿਆ ਪਿਆ। ਅੱਖ ਮੇਰੀ ਸੁੱਜੀ ਪਈ ਆ। ਨੱਕ 'ਚੋਂ ਪਤਾ ਨਹੀਂ ਹਜੇ ਤੱਕ ਕੀ ਨਿਕਲੀ ਪਰ ਜਾਂਦਾ। ਹੋਇਆ ਕੀ? ਮੈਂ ਕਿਹਾ ਬਸ ਜਵਾਨ ਹੀ ਗੋਤਾ ਖਾ ਗਈ। ਓਏ ਹੋਏ। ਜਿਉਂ ਹੀ ਜਾ ਕੇ ਦਰਵਾਜ਼ਾ ਖੜਕਾਇਆ, ਅੱਛਾ। ਓਏ ਹੋਏ 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 ਕੀ ਪੁੱਛਦਾ। ਅੱਛਾ। ਮੈਂ ਕਿਹਾ ਢੱਠੇ ਵਰਗਾ ਬੰਦਾ 7 ਫੁੱਟਾ ਬਾਹਰ ਨਿਕਲਿਆ। ਓਏ ਹੋਏ ਹੋਏ। ਧੌਣ ਆਕੜੀ, ਅੱਛਾ। ਅੱਖਾਂ ਲਾਲ, ਓਏ ਹੋਏ। ਡੌਲੇ ਫਰਕਣ, ਓਏ ਹੋਏ। ਮੁੱਛ ਖੜੀ, ਹਾਂ। ਧੌਣ ਜੀ ਮੇਰੀ ਗਰਦਨ ਤੇ ਮਾਰ ਕੇ ਪਤਾ ਕੀ ਕਹਿੰਦਾ? ਕੀ ਕਹਿੰਦਾ? ਕੀ ਓਏ ਅੱਧੀ ਰਾਤ ਨੂੰ ਲੋਕਾਂ ਦੇ ਦਰਵਾਜ਼ੇ ਖੜਕਾਈ ਜਾਂਦਾ? ਅੱਛਾ। ਕੀ ਚਾਹੀਦਾ ਤੈਨੂੰ? ਅੱਛਾ। ਮੈਂ ਕਿਹਾ ਭਾਜੀ ਮੈਂ ਤਾਂ ਇੰਨਾ ਕਿ ਪੁੱਛਣਾ ਸੀ ਵੀ ਤੁਹਾਡੇ ਘਰੇ ਧੀਆਂ ਭੈਣਾਂ ਹੈਗੀਆਂ? ਅੱਛਾ। ਤੂੰ ਕੀ ਲੈਣਾ ਓਏ? ਮੈਂ ਕਿਹਾ ਜੀ ਤੁਹਾਨੂੰ ਰਾਤ ਹੀ ਕੱਟਣਾ। ਬ੍ਰੇਕਿੰਗ ਨਿਊਜ਼ ਦੇ ਨਾਲ ਮੈਂ ਹਾਂ ਪਰਮੀਤ ਕਾਮਰਾ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸੂਬੇ ਵਿੱਚ ਓਮਿਕਰੌਨ ਵੇਰੀਐਂਟ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਛੁੱਟੀਆਂ ਦੌਰਾਨ ਇਸ ਦੇ ਹੋਰ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ, ਜਿਸ ਕਾਰਨ ਅੱਜ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੌਨੀ ਹੈਨਰੀ ਅਤੇ ਹੈਲਥ ਮਿਨਿਸਟਰ ਏਡਰੀਅਨ ਡਿਕਸ ਵੱਲੋਂ ਪਬਲਿਕ ਹੈਲਥ ਐਕਟ ਵਿੱਚ ਦਿੱਤੇ ਆਰਡਰਸ ਨੂੰ ਅਪਡੇਟ ਕੀਤਾ ਗਿਆ ਹੈ। ਇਹਨਾਂ ਆਰਡਰਸ ਅਧੀਨ 20 ਦਸੰਬਰ 2021 ਤੋਂ ਲੈ ਕੇ 31 ਜਨਵਰੀ 2022 ਤੱਕ ਕੁਝ ਆਰਡਰਸ ਹੈ ਜਿਹੜੇ ਇੰਪਲੀਮੈਂਟ ਕੀਤੇ ਜਾਣਗੇ, ਲਾਗੂ ਕੀਤੇ ਜਾਣਗੇ ਅਤੇ ਇਹਨਾਂ ਪਾਬੰਦੀਆਂ ਅਧੀਨ ਹੁਣ ਇਨਡੋਰ ਪਰਸਨਲ ਗੈਦਰਿੰਗ, ਚਾਹੇ ਉਹ ਰੈਂਟਲ ਪ੍ਰਾਪਰਟੀ ਹੈ, ਵੈਕੇਸ਼ਨ ਪ੍ਰਾਪਰਟੀ ਹੈ ਜਾਂ ਤੁਹਾਡੇ ਘਰਾਂ ਵਿੱਚ ਹੈ, ਉਸ ਦੇ ਵਿੱਚ ਘਰ ਦੇ ਲੋਕਾਂ ਤੋਂ ਇਲਾਵਾ ਸਿਰਫ 10 ਹੋਰ ਲੋਕ ਸ਼ਾਮਿਲ ਹੋ ਸਕਦੇ ਹਨ ਅਤੇ ਇਹ ਜ਼ਰੂਰੀ ਹੈ ਕਿ ਉਹਨਾਂ ਦੀ ਉਮਰ 12 ਸਾਲ ਤੋਂ ਵੱਧ ਹੋਣ ਅਤੇ ਉਹ ਸਾਰੇ ਵੈਕਸੀਨੇਟ ਹੋਣ। ਇਸ ਤੋਂ ਇਲਾਵਾ ਕਿਸੇ ਵੀ ਇਵੈਂਟ ਵਿੱਚ ਜਾਣ ਦੀ, ਆਰਗੇਨਾਈਜ਼ਡ ਇਵੈਂਟ ਵਿੱਚ ਸ਼ਿਰਕਤ ਕਰਨ ਲਈ BC ਵੈਕਸੀਨ ਕਾਰਡ ਵਿਖਾਉਣਾ ਲਾਜ਼ਮੀ ਹੋਵੇਗਾ। ਸੀਟਿੰਗ ਰਿਕੁਆਇਰਮੈਂਟ ਅਤੇ ਰਿਸਟ੍ਰਿਕਸ਼ਨਸ ਨੂੰ ਵੀ ਰਿਸਟ੍ਰਿਕਟਿੰਗ ਮੂਵਮੈਂਟਸ ਕੀਤੀਆਂ ਜਾਣਗੀਆਂ ਟੇਬਲਸ ਅਤੇ ਫੂਡ ਅਤੇ ਲਿਕਰ ਸਰਵਿੰਗ ਪ੍ਰਮਾਈਸਿਸ ਤੇ, ਜਿਸ ਕਾਰਨ ਤੁਸੀਂ ਬਿਨਾਂ ਇਜਾਜ਼ਤ ਤੋਂ ਨਹੀਂ ਉੱਠ ਸਕਦੇ ਅਤੇ ਜਦੋਂ ਤੱਕ ਫੂਡ ਸਰਵ ਨਹੀਂ ਹੁੰਦਾ ਤੁਹਾਨੂੰ ਮਾਸਕ ਪਾਉਣਾ ਪਏਗਾ। 1000 ਸੀਟਿੰਗ ਕੈਪੈਸਿਟੀ ਤੋਂ ਵੱਧ ਦੇ ਵੈਨਿਊਜ਼ ਦੀ ਜਿਹੜੀ ਸਮਰੱਥਾ ਹੈ ਉਹ 50% ਤੱਕ ਘਟਾ ਦਿੱਤੀ ਗਈ ਹੈ। ਇਸ ਦੇ ਨਾਲ ਸਾਰੇ ਸਪੋਰਟਸ ਟੂਰਨਾਮੈਂਟ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ 31 ਜਨਵਰੀ ਤੱਕ।
ਇਸ ਦੇ ਨਾਲ ਹੀ ਨਿਊ ਈਅਰ ਤੇ ਆਰਗੇਨਾਈਜ਼ਡ ਹੋਣ ਵਾਲੀਆਂ ਗੈਦਰਿੰਗ ਅਤੇ ਇਵੈਂਟ ਸਿਰਫ ਸੀਟਡ ਓਨਲੀ ਹੋਣਗੀਆਂ। ਇਸ ਵਿੱਚ ਡਾਂਸਿੰਗ ਜਾਂ ਮਿੰਗਲਿੰਗ ਦੀ ਜਾਂ ਮੇਲ ਜੋਲ ਦੀ ਇਜਾਜ਼ਤ ਨਹੀਂ ਹੈ। ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੌਨੀ ਹੈਨਰੀ ਨੇ ਅੱਜ ਫਿਰ ਅਰਜ ਕੀਤਾ ਹੈ, ਉਹਨਾਂ ਨੇ ਫਿਰ ਗੁਜ਼ਾਰਿਸ਼ ਕੀਤੀ ਹੈ ਕਿ ਲੋਕ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਆ ਦਾ ਧਿਆਨ ਰੱਖਣ, ਮਾਸਕ ਪਾਉਣ, ਇਨਡੋਰ ਪਲੇਸਿਸ ਵਿੱਚ ਖਾਸ ਕਰ ਅੱਛੀ ਕੁਆਲਿਟੀ ਦੇ ਮਾਸਕ ਪਾਉਣ। ਇਹ ਜ਼ਰੂਰ ਇਨਸ਼ੋਰ ਕਰਨ ਕਿ ਜਿਨ੍ਹਾਂ ਨਾਲ ਉਹ ਮੇਲ ਜੋਲ ਕਰ ਰਹੇ ਨੇ ਉਹ ਫੁੱਲੀ ਵੈਕਸੀਨੇਟ ਹੋਣ ਅਤੇ ਜੋ ਲੋਕ ਵੈਕਸੀਨੇਟ ਨਹੀਂ ਹੈ ਉਹਨਾਂ ਨੂੰ ਵੈਕਸੀਨੇਟ ਹੋਣ ਲਈ ਉਤਸ਼ਾਹਿਤ ਵੀ ਕਰਨ। ਉਹਨਾਂ ਨੇ ਕਿਹਾ ਕਿ ਜਿਹੜੇ ਓਮਿਕਰੌਨ ਵੇਰੀਐਂਟ ਦੇ ਕੇਸਿਸ ਹੈ ਉਹ 135 ਕੱਲ ਦਰਜ ਕੀਤੇ ਗਏ, ਜਦੋਂ ਕਿ ਪਿਛਲੇ ਅਪਡੇਟ ਦੇ ਦੌਰਾਨ ਇਹ 44 ਕੇਸਿਸ ਸੀਗੇ। ਜਿਸ ਤਰ੍ਹਾਂ ਕੇਸਿਸ ਵੱਧ ਰਹੇ ਨੇ ਉਸ ਹਿਸਾਬ ਨਾਲ ਓਮਿਕਰੌਨ ਵੇਰੀਐਂਟ ਜਿਸ ਤੇਜ਼ੀ ਨਾਲ ਵੱਧ ਰਿਹਾ ਹੈ, ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਇਹ ਅੰਕੜੇ ਹੋਰ ਅੱਗੇ ਵਧਣਗੇ ਅਤੇ ਜਿਸ ਤਰ੍ਹਾਂ ਆਊਟਬ੍ਰੇਕ ਹੋ ਰਹੇ ਨੇ ਅਤੇ ਕੇਸਿਸ ਰਿਕਾਰਡ ਹੋ ਰਹੇ ਨੇ, ਇਸ ਦੇ ਮੱਦੇਨਜ਼ਰ ਲੋਕਾਂ ਨੂੰ ਹੋਰ ਵਧੇਰੇ ਚੌਕਸ ਹੋਣ ਦੀ ਲੋੜ ਹੈ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਅੱਜ ਜਿਹੜੀ ਗੱਲਬਾਤ ਕਰਨਗੇ ਉਹ ਕੁਰਬਾਨੀ ਦੇ ਸਬੰਧ ਦੇ ਵਿੱਚ ਹੈ। ਕੁਰਬਾਨੀ ਕਾਹਦੇ ਲਈ ਕੀਤੀ ਜਾਂਦੀ ਹੈ? ਬਹੁਤ ਸਾਰੇ ਲੋਕ ਦੇਸ਼ ਤੋਂ ਕੁਰਬਾਨ ਹੋ ਗਏ, ਧਰਮ ਤੋਂ ਕੁਰਬਾਨ ਹੋ ਗਏ। ਕਈਆਂ ਨੇ ਯਕੀਨ ਕਰਨਾ ਆਪਣੇ ਪਿਆਰ ਲਈ ਕੁਰਬਾਨੀ ਕਰ ਦਿੱਤੀ, ਮੁਹੱਬਤ ਲਈ ਕੁਰਬਾਨੀ ਕਰ ਦਿੱਤੀ। ਕਈ ਲੋਕ ਆਪ ਨਹੀਂ ਕੁਰਬਾਨੀ ਕਰਦੇ, ਕਿਸੇ ਜਾਨਵਰ ਦੀ ਕੁਰਬਾਨੀ ਦੇ ਦਿੰਦੇ ਨੇ। ਹੁਣ ਕੁਰਬਾਨੀ ਕਰ ਦੇਣੀ, ਕਿਸੇ ਲਈ ਕੁਰਬਾਨ ਹੋ ਜਾਣਾ, ਆਪਣੀ ਆਹੂਤੀ ਦੇ ਦੇਣੀ ਜਾਂ ਆਪਣੇ ਜਜ਼ਬਿਆਂ ਦੀ ਆਹੂਤੀ ਦੇ ਦੇਣੀ, ਇਹ ਹੈ ਤਾਂ ਕਹਿੰਦੇ ਸੁਪਰੀਮ ਜਜ਼ਬਾ ਹੈ। ਇਸ ਤੋਂ ਉੱਪਰ ਹੋਰ ਕੋਈ ਜਜ਼ਬਾ ਨਹੀਂ। ਔਰ ਅੱਜ ਅਸੀਂ ਉਹਨਾਂ ਦੀਆਂ ਵਾਰਾਂ ਗਾਉਂਦੇ ਹਾਂ, ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿਨ੍ਹਾਂ ਲੋਕਾਂ ਨੇ ਦੇਸ਼ ਲਈ, ਧਰਮ ਲਈ ਕੁਰਬਾਨੀਆਂ ਕਰ ਦਿੱਤੀਆਂ, ਜਿਹੜੇ ਕੁਰਬਾਨ ਹੋ ਗਏ। ਸੋ ਕੁਰਬਾਨੀ ਕਿੱਥੇ ਠੀਕ ਹੈ, ਕਿੱਥੇ ਕੁਰਬਾਨੀ ਤੁਸੀਂ ਆਪਣੇ ਆਪ ਨੂੰ ਬਚਾ ਕੇ ਕਿਸੇ ਹੋਰ ਦੀ ਕੁਰਬਾਨੀ ਜਾਂ ਕਿਸੇ ਹੋਰ ਦੀ ਆਹੂਤੀ ਦੇ ਦੇਣੀ, ਜਿਹਨੂੰ ਕਹਿੰਦੇ ਆ ਕਿ ਬਲੀ ਦਾ ਬੱਕਰਾ ਬਣਾ ਦੇਣਾ, ਇਸ ਕਿਸਮ ਦੇ ਜਿਹੜੇ ਟ੍ਰੈਂਡ ਚੱਲੇ ਹੋਏ ਨੇ ਉਹਨਾਂ ਦੇ ਬਾਰੇ ਵੀ ਅੱਜ ਪ੍ਰੋਫੈਸਰ ਗੱਲਬਾਤ ਕਰਨਗੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਿੰਸੀਪਲ ਸਾਹਿਬ। ਥੈਂਕ ਯੂ ਸੈਨ ਸਾਹਿਬ। ਸੈਨ ਸਾਹਿਬ, ਪਹਿਲਾਂ ਤਾਂ ਆਪਾਂ ਇਹ ਦੇਖ ਲਈ ਕੁਰਬਾਨੀ ਹੈ ਕੀ, ਜਦੋਂ ਬੋਲੀ ਆ ਤੁਹਾਡੀ ਗੱਲ ਸੀ। ਮੇਰੇ ਖਿਆਲ ਦੇ ਵਿੱਚ ਕੁਰਬਾਨੀ ਹੈਗੀ ਹੈ ਜੀ ਪਈ ਆਪਣਾ ਨੁਕਸਾਨ ਉਠਾ ਕੇ ਕਿਸੇ ਹੋਰ ਦਾ ਫਾਇਦਾ ਕਰਨਾ, ਇਹ ਹੈਗਾ। ਔਰ ਆਪ ਕਸ਼ਟ ਝੱਲ ਕੇ ਕਿਸੇ ਦਾ ਫਾਇਦਾ ਕਰਨਾ, ਇਹ ਕੁਰਬਾਨੀ ਹੈ। ਔਰ ਮੇਰੇ ਖਿਆਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਰ ਆਦਮੀ ਜਿਹੜਾ ਹੈਗਾ ਆ ਕਿਸੇ ਨਾ ਕਿਸੇ ਸ਼ਕਲ ਵਿੱਚ, ਕਿਸੇ ਨਾ ਕਿਸੇ ਦੇ ਲਈ, ਕਿਸੇ ਨਾ ਕਿਸੇ ਟਾਈਮ ਦੇ ਵਿੱਚ ਕੁਰਬਾਨੀ ਕਰਦਾ। ਕੋਈ ਬੰਦਾ ਦਿਨ ਐਸਾ ਨਹੀਂ ਜਿਹੜਾ ਕੁਰਬਾਨੀ ਨਹੀਂ ਕਰਦਾ, ਕਿਉਂਕਿ ਆਪਣਾ ਨੁਕਸਾਨ ਕਿਸੇ ਦਾ ਉਹ ਫਾਇਦਾ ਕਰਦਾ ਹੈਗਾ। ਆਦ ਜਗਾਤ ਤੋਂ ਇਹ ਤੁਰਿਆ ਆਉਂਦਾ ਕੰਮ ਜਾ ਕੇ ਜਿਹੜਾ ਹੈਗਾ ਆ, ਅਸੀਂ ਕਿਸੇ ਦੇ ਲਈ ਆਪ ਕਸ਼ਟ ਝੱਲ ਕੇ ਵੀ ਦੁਖੀ ਹੁੰਦੇ ਹਾਂ, ਕੁਰਬਾਨ ਹੁੰਦੇ ਹਾਂ। ਅੱਜ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਇੱਕ ਉਸ ਬੰਦੇ ਦੀ ਕੁਰਬਾਨੀ ਦੀ ਗੱਲ ਕਰਨ ਲੱਗਾ ਜਿਹੜਾ ਅਨਸੰਗ ਹੀਰੋ ਆ, ਜਿਹਨੂੰ ਕੋਈ ਇਗਨੋਰ ਕਰਦੇ ਆ ਔਰ ਜਿਹਨੂੰ ਕੋਈ ਸਮਝਿਆ ਹੀ ਨਹੀਂ ਜਾਂਦਾ ਹੈਗਾ ਜਾ ਕੇ ਵੀ ਇਹ ਬੰਦਾ ਵੀ ਕੁਰਬਾਨੀ ਕਰਦਾ ਰਿਹਾ ਜਾ ਕੇ। ਹੁਣ ਉਹ ਪਹਿਲਾਂ ਤੋਂ ਲੈ ਕੇ ਮੈਂ ਸ਼ੁਰੂ ਕਰਨਾ, ਉਹ ਬੰਦਾ ਕੌਣ ਆ ਜਿਹਦੀ ਮੈਂ ਗੱਲ ਕਰਨ ਲੱਗਾ? ਉਹ ਸੈਨ ਸਾਹਿਬ ਬੰਦਾ ਹੈਗਾ ਫਾਦਰ, ਉਹ ਬੰਦਾ ਹੈਗਾ ਬਾਪ। ਇਹ ਮਾਂ ਦੀ ਕੁਰਬਾਨੀ ਦੀ ਗੱਲ ਬਹੁਤ ਹੁੰਦੀ, ਆਪਾਂ ਵੀ ਬਹੁਤ ਕੀਤੀਆਂ ਇੱਥੇ, ਬੜੇ ਇੱਥੇ ਕੀਤੇ ਆ। ਪਰ ਇਹ ਇੱਕ ਉਹੋ ਜਿਹਾ ਫਰਦ ਆ ਜਿਹੜਾ ਚੁੱਪ ਕਰਕੇ ਕੁਰਬਾਨੀ ਕਰੀ ਜਾਂਦਾ, ਉਹ ਤੋਂ ਕਰੀ ਜਾਂਦਾ ਜਦ ਤੋਂ ਪਰਿਵਾਰ ਵਜੂਦ ਦੇ ਵਿੱਚ ਆਇਆ। ਪਹਿਲਾਂ ਜਾਨਵਰਾਂ ਤੋਂ ਉਹਨਾਂ ਨੂੰ ਬਚਾਉਂਦਾ, ਕਹੇ ਆਪ ਮਰਦਾ ਰਿਹਾ ਮੋਹਰੇ ਜਾ ਕੇ, ਮਗਰ ਉਹ ਸਾਰੀ ਫੈਮਿਲੀ ਦਾ ਭਾਰ ਚੱਕਦਾ ਰਿਹਾ ਜਾ ਕੇ, ਆਪਣੇ ਬੱਚਿਆਂ ਦੇ ਲਈ ਮਰਦਾ ਰਿਹਾ ਗਾ ਜਾ ਕੇ, ਕਿਤੇ ਨਾ ਕਿਤੇ ਹਰ ਜਗ੍ਹਾ ਦੇ ਉੱਤੇ ਜਾ ਕੇ ਇਹ ਬੰਦਾ ਮੋਹਰੇ ਆਇਆ ਔਰ ਹੁਣ ਤੱਕ ਆਈ ਜਾ ਰਿਹਾ ਜਾ ਕੇ। ਇਹ ਸਾਹਿਬ ਇਹ ਕੁਰਬਾਨੀ ਆ ਜਾਂ ਕਿ ਕੁਨਬਾ ਪਰਵਰੀ? ਨਹੀਂ ਜੀ ਤਿੰਨ ਸਾਹਿਬ, ਇਹ ਜਿਹੜੀ ਹੈਗੀ ਆ ਕੁਰਬਾਨੀ ਆ, ਕਿਉਂਕਿ ਉਹ ਆਪ ਮਰਨ ਤੱਕ ਜਾਂਦਾ ਜਾ ਕੇ ਜਿਹੜੀ ਹੈਗੀ। ਕੁਨਬਾ ਪਰਵਰੀ ਲਫ਼ਜ਼ ਕੋਈ ਵੀ ਦੇ ਲਓ, ਪਰ ਇਹ ਸੈਕਰੀਫਾਈਸ ਕਰਦਾ, ਉਹ ਆਪਣੇ ਫਾਇਦੇ ਤੋਂ ਬਿਨਾਂ ਕਰਦਾ ਹੋ ਜਾ ਕੇ, ਠੀਕ ਹੈ ਨਾ ਜੀ। ਫਾਇਦਾ ਉਹਦਾ ਆਪਣਾ ਟੱਬਰ ਹੈ, ਉਹ ਆਪਣੇ ਟੱਬਰ ਨੂੰ ਬਚਾ ਰਿਹਾ। ਸਿੰਘ ਸਾਹਿਬ ਟੱਬਰ ਨੂੰ ਬਚਾ ਰਿਹਾ, ਟੱਬਰ ਦੇ ਲਈ ਕੁਰਬਾਨੀ ਕਰ ਰਿਹਾ। ਸਿੰਘ ਸਾਹਿਬ ਟੱਬਰ ਦੇ ਲਈ ਕੁਰਬਾਨੀ ਕਰ ਰਿਹਾ, ਆਪਣੇ ਬੱਚਿਆਂ ਲਈ ਕੁਰਬਾਨੀ ਕਰ ਰਿਹਾ ਜਾ ਕੇ। ਜੇ ਫੌਜ ਵੀ ਮਰਦਾ ਤਾਂ ਉਹਨਾਂ ਲਈ ਮਰਦਾ ਜਾ ਕੇ ਜਿਹੜਾ ਹੈਗਾ ਉਹਨਾਂ ਲਈ ਮਰਦਾ। ਉਹ ਬੰਦੇ ਦੀ ਗੱਲ ਨਹੀਂ ਕੀਤੀ ਜਾਂਦੀ ਹੈ ਕਿ ਬਿਲਕੁਲ ਦੇਸ਼ ਲਈ ਮਰਦਾ। ਸਿੰਘ ਸਾਹਿਬ ਇਹ ਤੇ ਕਰਾਂਗੇ ਗੱਲ ਵੀ ਉਹ ਦੇਸ਼ ਲਈ ਮਰਦਾ ਕਿ ਪਰਿਵਾਰ ਲਈ ਮਰਦਾ, ਠੀਕ ਹੈ ਨਾ। ਅੱਛਾ, ਉਹਦੇ ਵਿੱਚ ਉਸ ਬੰਦੇ ਤਾਂ ਸਿੰਘ ਸਾਹਿਬ ਇੱਥੇ ਤੱਕ ਜਾਂਦੇ, ਮੈਂ ਤੁਹਾਨੂੰ ਦੱਸਣਾ ਜੀ ਕਿ ਮੇਰੇ ਨਾਲ ਜ਼ਾਤੀ ਤੌਰ 'ਤੇ ਇੱਦਾਂ ਹੋਇਆ ਵੀ ਮੈਂ ਕੋਰਟ ਦੇ ਵਿੱਚ ਬੰਦਾ ਉਹਨੂੰ ਕੁੱਟਣ 'ਤੇ ਆਇਆ ਜੀ, ਫਾਦਰ ਬੈਠਾ, ਬੰਦਾ ਮੁੰਡਾ ਡਰੱਗ ਕਰਦਾ ਜੀ। ਫਾਦਰ ਮੇਰੇ ਨਾਲ ਗੱਲ ਕਰਕੇ ਕਹਿੰਦਾ ਇਹ ਬਿਲਕੁਲ ਕੁਛ ਨਾ ਕਰੇ, ਕੋਈ ਕੰਮ ਨਾ ਕਰੇ, ਇਹ ਘਰ ਬੈਠਾ ਰਹੇ ਜਾ ਕੇ, ਰੋਟੀ ਪਾਣੀ ਖਾਏ ਜਾਵੇ, ਮੈਂ ਨਿਆਣੇ ਵੀ ਸਾਰੇ ਪਾਲ ਦੇਣੇ ਆ, ਮੈਂ ਸਭ ਕੁਝ ਕਰ ਦੇਣਾ, ਬਸ ਇਹ ਜਿਹੜਾ ਹੈਗਾ ਆ ਡਰੱਗ ਨਾ ਕਰੇ ਜਾ ਕੇ।
ਮੈਂ ਸਭ ਕੁਝ ਕਰੂੰਗਾ। ਉਹ ਕਹੀ ਜਾਵੇ ਆਪ ਉਹ ਡਰਾਈਵਰ ਸੀ ਜੋ ਫਾਦਰ ਉਹਦਾ ਜਿਹੜਾ, ਮੈਂ ਉਹ ਕਰੂੰਗਾ। ਉਹ ਇਹ ਥਿੰਨ ਸਾਹਿਬ ਇਹ ਕੁਰਬਾਨੀ ਹੈ, ਇਹਨੂੰ ਕੁਰਬਾਨੀ ਸਮਝਦਾ ਨਹੀਂ ਹੈ ਕੋਈ। ਉਹ ਸਮਝਦੇ ਇਹਦਾ ਤਾਂ ਫਰਜ਼ ਆ, ਇਹਦਾ ਤਾਂ ਫਰਜ਼ ਹੈ ਇਹ ਕਰੇ ਜਿਹੜਾ ਹੈਗਾ। ਇਹ ਕੋਈ ਕੁਰਬਾਨੀ ਨਹੀਂ ਹੈ। ਪਰ ਮਰਦਾ ਤਾਂ ਉਹ ਹੈ ਨਾ ਰੋਜ਼, ਪਹਿਲਾਂ ਤੋਂ ਮਰਦਾ। ਹੁਣ ਤੁਸੀਂ ਮੈਨੂੰ ਯਾਦ ਹੈ ਜਿਸ ਵੇਲੇ ਦੂਜਾ ਘੱਲੂਘਾਰਾ ਹੋਇਆ, ਬੜਾ ਘੱਲੂਘਾਰਾ, ਉਹਦੇ ਵਿੱਚ ਜਦ ਉਹਨੇ ਘੇਰ ਲਿਆ ਅਬਦਾਲੀ ਨੇ, ਤਾਂ ਜਾ ਕੇ ਉਹਨੇ ਬੱਚੇ ਔਰ ਔਰਤਾਂ ਦੇ ਦੁਆਲੇ ਘੇਰਾ ਪਾ ਲਿਆ ਵੀ ਇਹਨਾਂ ਨੂੰ ਨਹੀਂ ਮਰਨ ਦੇਣਾ, ਅਸੀਂ ਮਰ ਜਾਣਾ ਮੋਹਰੇ ਹੋ ਕੇ ਜਾ ਕੇ, ਠੀਕ ਹੈ, ਇਹਨਾਂ ਨੂੰ ਨਹੀਂ ਮਰਨ ਦੇਣਾ। ਜਾ ਕੇ ਹਰ ਜਗ੍ਹਾ 'ਤੇ ਜਿੱਥੇ ਵੀ ਗੱਲ ਹੋਊਗੀ ਉਹ ਕਹੂਗੀ ਬੱਚਿਆਂ ਨੂੰ ਬਚਾਓ ਪਹਿਲਾਂ, ਬੱਚਿਆਂ ਨੂੰ ਬਚਾਓ ਪਹਿਲਾਂ। ਫਾਦਰ ਕਹੂਗੇ ਅਸੀਂ ਮਰ ਜਾਣਾ, ਅਸੀਂ ਮਰ ਜਾਣਾ, ਬੱਚਿਆਂ ਨੂੰ ਬਚਾਓ। ਮੈਂ ਤੁਹਾਨੂੰ ਇੱਕ ਮਿਸਾਲ ਅੱਗੇ ਦਿੱਤੀ ਸੀਗੀ ਔਰ ਮੈਂ ਬਹੁਤ ਚਿਰ ਹੋਇਆ ਫੇਰ ਮੈਂ ਦੱਸਦਾ। ਮੇਰੇ ਬਾਬੇ ਹੋਣੀ ਮੈਨੂੰ ਦੱਸਿਆ ਜੀ, ਉਹ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਬਾਰ ਦੇ ਵਿੱਚ ਜਿੱਥੇ ਅੱਜ ਕੱਲ੍ਹ ਲਾਇਲ, ਪਰ ਉਹਨਾਂ ਦੀ ਤਹਿਸੀਲ ਜੜ੍ਹਾਂ ਵਾਲੀ ਸੀ, ਉੱਥੇ ਕਤਲ ਹੋ ਗਿਆ ਜੀ। ਉੱਥੇ ਕਤਲ ਹੋ ਗਿਆ ਜੀ, ਔਰ ਕਤਲ ਹੋ ਕੇ ਜਾ ਕੇ ਮੁੰਡੇ ਨੇ ਕਤਲ ਕਰ ਦਿੱਤਾ। ਤਾਂ ਉਹ ਬਾਪ ਉਹਨੂੰ ਕਹਿੰਦਾ ਵੀ ਤੂੰ ਦੁਆਬੇ ਨੂੰ ਦੌੜ ਜਾ, ਤੂੰ ਦੌੜ ਜਾ ਉੱਥੇ ਜਾ ਕੇ। ਤੇ ਬਾਪ ਨੇ ਜਾ ਕੇ ਥਾਣੇ ਕਹਿ ਦਿੱਤਾ ਜੀ ਵੀ ਕਤਲ ਮੈਂ ਕੀਤਾ, ਕਤਲ ਮੈਂ ਕੀਤਾ। ਉਹ ਮੁੰਡਾ ਆ ਗਿਆ ਤੇ ਬਾਪ ਨੂੰ ਫਾਂਸੀ ਹੋਈ ਜੀ ਬਾਅਦ ਦੇ ਵਿੱਚ। ਬਾਪ ਨੇ ਆਪਣੇ ਆਪ ਗੱਲ ਦੇ ਵਿੱਚ ਫਾਹਾ ਲੈ ਲਿਆ ਇਸ ਗੱਲ ਕਰਕੇ ਵੀ ਮੇਰਾ ਮੁੰਡਾ ਬਚ ਜਾਵੇ, ਮੇਰਾ ਮੁੰਡਾ ਬਚ ਜਾਵੇ ਜਾ ਕੇ। ਔਰ ਉਹ ਜਿਹੜਾ ਹੈਗਾ ਆ ਉਹ ਇੱਥੇ ਤੱਕ ਜਾਂਦੇ ਆ ਬੰਦੇ ਜਾ ਕੇ। ਹੁਣ ਮੈਂ ਤੁਹਾਨੂੰ ਦੱਸਾਂ, ਹਿਊਮਨ ਇਨਸਟਿੰਕਟਸ ਆ, ਫਿਤਰਤ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਨਫ਼ਰਤ ਵੀ ਆ, ਉਹਦੇ ਵਿੱਚ ਹਸਦ ਵੀ ਆ, ਕੀਨਾ ਵੀ ਆ, ਜੈਲਸੀ ਵੀ ਆ, ਠੀਕ ਆ, ਔਰ ਗੁੱਸਾ ਵੀ, ਕਈ ਕੁਛ ਹੈਗਾ ਉਹਦੇ ਵਿੱਚ। ਇਹ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਹੈ ਫਾਦਰ ਦਾ ਜਿਹੜਾ ਕਦੇ ਵੀ ਆਪਣੇ ਬੇਟੇ ਦੇ ਨਾਲ ਨਫ਼ਰਤ ਨਹੀਂ ਕਰਦਾ। ਜਿੰਨਾ ਮਰਜ਼ੀ ਮਾੜਾ ਕੰਮ ਕਰੇ ਉਹ ਕਦੇ ਉਹਨੂੰ ਨਫ਼ਰਤ ਨਹੀਂ ਕਰੂ, ਗੁੱਸਾ ਕਰੂਗਾ। ਔਰ ਗੁੱਸੇ ਦੇ ਵਿੱਚ ਵੀ ਉੱਪਰੋਂ ਗੁੱਸਾ ਕਰੂਗਾ ਜੀ, ਵਿੱਚੋਂ ਮੋਹ ਹੈ ਉਹਦੇ। ਸਾਰੇ ਫਾਦਰ ਵਿੱਚੋਂ ਮੋਹ ਹੈ ਆਪਣੇ ਬੱਚਿਆਂ ਦੇ ਲਈ ਜਾ ਕੇ, ਆਪਣੇ ਬੱਚਿਆਂ ਲਈ ਉਹ ਸਭ ਕੁਝ ਕਰਨ ਨੂੰ ਤਿਆਰ ਹੈ। ਵਿੱਚੋਂ ਸਾਰੇ ਫਾਦਰ ਉੱਪਰੋਂ ਗਾਲਾਂ ਵੀ ਕੱਢ ਲਊਗੇ, ਮਾਰ ਵੀ ਲਊਗੇ, ਸਭ ਵਿੱਚੋਂ ਰੋਊਗੇ ਜਾ ਕੇ ਜਿਹੜੇ ਹੈਗੇ। ਮੈਂ ਤੁਹਾਨੂੰ ਆਪਣੀ ਇੱਕ ਵਾਰ ਗੱਲ ਦੱਸਦਾ ਜੀ। ਮੇਰੇ ਫਾਦਰ ਉਹ ਇੱਕ ਵਾਰ ਮੈਂ ਆਇਆ ਤੇ ਉਹ ਮੈਨੂੰ ਵੱਧ ਘੱਟ ਬੋਲੇ। ਪਿੰਡ ਅਸੀਂ ਆਏ, ਮੈਂ ਤਾਂ ਨਿਰਮਲ ਪਿੰਡ ਆਏ ਜੀ। ਪਿੰਡ ਆਏ ਤੇ ਉਸ ਕਾਲਜ ਤੋਂ, ਤੇ ਉਹ ਮੈਨੂੰ ਬਹੁਤ ਗੁੱਸੇ ਹੋਏ ਜੀ, ਬਹੁਤ ਹੋਏ ਜੀ ਗੁੱਸੇ ਹੋਏ। ਤਾਂ ਫਿਰ ਅਸੀਂ ਦੋਹਾਂ ਨੇ ਕਿਹਾ ਕਿ ਚਲੋ ਚੱਲਦੇ ਹਾਂ। ਹੁਣ ਜਿਸ ਵੇਲੇ ਚੱਲਦੇ ਹਾਂ ਥਿੰਨ ਸਾਹਿਬ, ਅਸੀਂ ਵੀ ਜਦ 2-4 ਦਿਨਾਂ 'ਤੇ ਜਿੱਦਾਂ ਗੁੱਸਾ ਇਹਨਾਂ ਦਾ ਘਟੂਗਾ ਫਿਰ ਵਾਪਸ ਆ ਜਾਵਾਂਗੇ ਜਾ ਕੇ। ਅਸੀਂ ਵਾਪਸ ਆ ਗਏ, ਮਨ ਬੜਾ ਉਹਦਾ ਖਰਾਬ ਸੀ। ਥਿੰਨ ਸਾਹਿਬ ਅਸੀਂ ਸੋਚਦੇ ਵੀ 2-4 ਦਿਨਾਂ ਨੂੰ ਜਾਵਾਂਗੇ, ਫਿਰ ਜਦ ਤੱਕ ਠੀਕ ਹੋ ਜਾਊਗੀ। ਥਿੰਨ ਸਾਹਿਬ ਟਕਾਲਾ ਨੂੰ ਆ ਗਏ, ਟਕਾਲਾ ਨੂੰ ਆ ਕੇ ਤੁਹਾਡੇ ਕੋਲ ਮਿਲਣ ਆ ਗਏ। ਮੈਨੂੰ ਜੱਫੀ ਪਾਏ, ਕਹਿੰਦੇ ਮੇਰੇ ਤੋਂ ਕਹਿ ਹੋ ਗਿਆ ਗੱਲ ਜਾ ਕੇ। ਚਲੋ ਇਹ ਨਹੀਂ, ਮੇਰੇ ਤੋਂ ਕਈ ਗੱਲਾਂ ਨਹੀਂ ਕਰ, ਮੈਂ ਫੇਰ ਕਰੂੰਗਾ ਕਿਤੇ। ਮਤਲਬ ਇਸ ਕਿਸਮ ਦੇ ਥਿੰਨ ਸਾਹਿਬ ਬੰਦੇ, ਇਸ ਕਿਸਮ ਦੀ ਗੱਲ, ਇਸ ਕਿਸਮ। ਔਰ ਉਹ ਇੱਕੋ ਹੀ ਇੱਕ ਥਿੰਨ ਸਾਹਿਬ ਅਦਾਰਾ ਆ, ਇੱਕੋ ਇੱਕ ਬੰਦਾ ਜਿਹੜਾ ਆਪਣੇ ਬੇਟੇ ਦੀਆਂ ਪ੍ਰਾਪਤੀਆਂ ਤੋਂ ਆਪਣੀਆਂ ਪ੍ਰਾਪਤੀਆਂ ਨੂੰ ਹੇਠਾਂ ਸਿੱਟਣਾ ਚਾਹੁੰਦਾ ਵੀ ਇਹ ਵੱਧ ਜਾਵੇ ਮੇਰੇ ਨਾਲੋਂ, ਇਹ ਮੇਰੇ ਨਾਲੋਂ ਅੱਗੇ ਜਾਵੇ। ਨਹੀਂ, ਆਦਮੀ ਅੱਗੇ ਨਹੀਂ ਜਾਂਦਾ। ਜਦ ਕੋਈ ਅੱਗੇ ਜਾਂਦਾ ਤਾਂ ਉਹ ਜੈਲਸ ਹੁੰਦਾ ਜਾ ਕੇ, ਉਹਨੂੰ ਹਸਦ ਹੁੰਦਾ ਜਾ ਕੇ ਵੀ ਕਿੱਦਾਂ। ਇਹ ਇੱਕੋ ਇੱਕ ਚੀਜ਼ ਹੈ ਜਿਹ 'ਚ ਚਾਹੁੰਦਾ ਵੀ ਇਹ ਮੇਰੇ ਨਾਲੋਂ ਅੱਗੇ ਜਾਵੇ, ਮੇਰੇ ਨਾਲੋਂ ਅੱਗੇ ਜਾਵੇ। ਮੈਂ ਇਹਦੀ ਵੀ ਫਿਰ ਤੁਹਾਨੂੰ ਇੱਕ ਮਿਸਾਲ ਦਿੰਦਾ ਜੀ। ਹੁਣ ਮੇਰੇ ਫਾਦਰ, ਇਹ ਤਾਂ ਕਹਿਣ ਦੀ ਲੋੜ ਨਹੀਂ ਜੀ ਵੀ ਹੀ ਵਾਜ਼ ਰੁਸਤਮ ਹਿੰਦ ਬ੍ਰਿਟਿਸ਼ ਅੰਪਾਇਰ ਚੈਂਪੀਅਨ, ਬਹੁਤ ਤਕੜੇ ਭਲਵਾਨ ਹੋਏ ਥੇ ਹਿੰਦੁਸਤਾਨ ਦੇ। ਉਹ ਜਿਸ ਵੇਲੇ ਜਾ ਕੇ, ਜਿਸ ਵੇਲੇ ਮੈਂ 18 ਸਾਲਾਂ ਦਾ ਸੀਗਾ ਜੀ, ਮੈਂ ਵੀ ਘੁਲਦਾ ਸੀਗਾ ਜੀ, 18 ਸਾਲਾਂ ਦਾ ਸੀਗਾ। ਅਤੇ ਉਹ ਮੈਨੂੰ ਇੱਕ ਦਿਨ ਮੈਨੂੰ ਅਖਾੜੇ 'ਚ ਕਹਿੰਦੇ ਵੀ ਜ਼ੋਰ ਮੇਰਾ ਕਰਾਉਂਦੇ ਹੁੰਦੇ ਸੀ, ਮਿਹਨਤ ਕਰਾਉਣ 'ਚ ਆਪ ਕਰਾਉਂਦੇ ਸੀ, ਆਪ ਵੀ ਤਕੜੇ ਸੀ ਉਸ ਵੇਲੇ। ਮੈਂ ਜਾਣੀ 18 ਸਾਲ ਦੇ ਨਾਲ ਮੈਨੂੰ ਕਹਿੰਦੇ ਅੱਜ ਪੂਰਾ ਜ਼ੋਰ ਲਾਉਣਾ ਜਾ ਕੇ, ਕੋਈ ਇੱਦਾਂ ਨਹੀਂ ਕਰੇ, ਸਾਰਾ ਜ਼ੋਰ ਲਾਉਣਾ ਓਨੈਸਟਲੀ ਕਹਿੰਦੇ। ਅੱਛਾ, ਅਸੀਂ ਜ਼ੋਰ ਕਰਨ ਲੱਗ ਪਿਆ ਜੀ। ਹੁਣ ਜਿਹੜੇ ਭਲਵਾਨ ਹੋਣੇ ਉਹ ਸਮਝਦੇ ਹੋਣੇ, ਜ਼ੋਰ ਕਰਨ ਲੱਗ ਪਿਆ। ਜ਼ੋਰ ਕਰਦੇ ਕਰਦੇ ਜੀ ਖਿੱਚ ਕੇ ਜਾ ਕੇ ਮੈਂ ਫੜ ਕੇ ਉਹਨਾਂ ਨੂੰ ਹੇਠਾਂ ਸਿੱਟ ਲਿਆ ਜੀ। ਅੱਛਾ, ਮੈਂ ਉਹਨਾਂ ਨੂੰ ਹੇਠਾਂ ਸਿੱਟ ਲਿਆ ਅਤੇ ਮੈਂ ਫੜ ਕੇ ਉਹਨਾਂ ਦੀ ਨਿੰਦਰ ਕੱਢੀ ਜਾ ਟਾਕ। ਮੈਨੂੰ ਕਹਿੰਦੇ ਛੱਡ ਦੇ। ਮੈਂ ਛੱਡ ਦਿੱਤਾ। ਥਿੰਨ ਸਾਹਿਬ ਸਾਰੇ ਪਿੰਡ ਦੇ ਵਿੱਚ ਦੱਸਦੇ ਫਿਰਨ ਕਸ਼ਮੀਰ ਸਿੰਘ ਹੁਣ ਮੇਰੇ ਨਾਲ ਤਕੜਾ ਹੋ ਗਿਆ, ਕਸ਼ਮੀਰ ਸਿੰਘ ਮੇਰੇ ਨਾਲ ਤਕੜਾ ਹੋ ਗਿਆ ਜਾ ਕੇ, ਜਿਹੜਾ ਹੋ ਗਿਆ। ਅੱਜ ਕਹਿੰਦੇ ਅੱਜ ਇਹਨੇ ਮੈਨੂੰ ਹੇਠਾਂ ਸਿੱਟ ਲਿਆ। ਅੱਜ ਮੈਂ ਦੇਖਾਂ ਜਾ ਕੇ ਵੀ ਜੇ ਕਿਤੇ ਬਾਹਰ ਆਹ ਗੱਲ ਹੋਈ ਹੁੰਦੀ ਤਾਂ ਉਹ ਕਹਿੰਦੇ ਹੁਣ ਮੈਂ ਮਾਰ ਦੇਣਾ ਬੰਦਾ ਜਿਹੜਾ ਜਾ ਕੇ, ਮੈਂ ਅਗਲੀ ਘੋੜੇ ਨੂੰ ਦੇਖੂੰਗਾ ਫਲਾਨਾ ਕਰ। ਇਹ ਫਾਦਰ ਆ ਥਿੰਨ ਸਾਹਿਬ। ਇਹ ਉਹ ਇੰਸਟੀਟਿਊਸ਼ਨ ਹੈ ਜਿਹੜਾ ਇੱਦਾਂ ਕਰਦਾ, ਜਿਹੜਾ ਮਰਦੇ ਦਮ ਤੱਕ ਕਰਦਾ ਜਾਊਗਾ। ਤੇ ਤੁਹਾਨੂੰ ਵੀ ਤਜਰਬਾ ਹੈ। ਸੋ ਮੇਰਾ ਜਿਹੜਾ ਕਹਿਣ ਤੋਂ ਮਤਲਬ ਇਹ ਆ ਵੀ ਅਜ਼ਲ ਤੋਂ ਲੈ ਕੇ ਹੁਣ ਤੱਕ ਜਦ ਦਾ ਪਰਿਵਾਰ ਹੋਣ ਦੇ ਵਿੱਚ ਆਇਆ, ਇਹ ਇੱਕ ਅਨਸੰਗ ਹੀਰੋ ਆ, ਜਿਹਨੂੰ ਇਹ ਤਾਂ ਨਾਲ ਜੋੜ ਕੇ ਤਾਂ ਕਹਿ ਦੋਗੇ ਜੀ ਮਾਂ ਬਾਪ ਦੀ ਕੋਈ ਰੀਸ ਨਹੀਂ। ਮਾਂ ਬਾਪ ਦੀ, ਇਕੱਲੇ ਬਾਪ ਦੀ ਕਦੇ ਕੋਈ ਗੱਲ ਨਹੀਂ ਕਰਦਾ ਹੈਗਾ ਜਾ ਕੇ ਵੀ ਇਹ ਬਾਪ ਜਿਹੜਾ ਜਾਏ ਇੱਥੇ ਤੱਕ ਜਾਂਦਾ ਬੰਦੇ ਨੂੰ ਕਰਨ ਦੇ। ਜਦ ਤੋਂ ਪਰਿਵਾਰ ਸ਼ੁਰੂ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਦੇਖੋ, ਸਭ ਤੋਂ ਵੱਡਾ ਹੁੰਦਾ ਕਮਾਈ ਦਾ ਸਾਧਨ ਜੀ।
ਚੱਲਦਾ ਕਾਹਦੇ ਨਾਲ ਆ? ਤੁਸੀਂ ਉਹਦੇ ਨਾਲ ਚੱਲਦਾ। ਉਹ ਤੋਂ ਲੈ ਕੇ ਹੁਣ ਤੱਕ ਇਹ ਪਿਤਾ ਜਿਹੜੀਆਂ ਇਹ ਕੁਰਬਾਨੀ ਕਰਦਾ ਹੀ ਰਿਹਾ, ਕਮਾ ਕੇ ਔਖੇ ਹੋ ਕੇ ਬਾਹਰ ਆ ਕੇ ਲਿਆਉਂਦਾ ਰਿਹਾ ਵੀ ਤਾਂ ਕਿ ਮੇਰਾ ਪਰਿਵਾਰ ਚੱਲੇ। ਹੁਣ ਮੈਂ ਜੇ ਆਪਣੀ ਫੈਮਿਲੀ ਦੀ ਵੀ ਗੱਲ ਕਰਾਂ, ਮੇਰੇ ਬਾਬੇ ਉਹਨੇ 28 ਸਾਲ ਨਿਊਜ਼ੀਲੈਂਡ ਦੇ ਵਿੱਚ ਲਾਏ ਜੀ। ਉਹਨੇ 28 ਸਾਲ ਨਿਊਜ਼ੀਲੈਂਡ 'ਚ ਉਹ ਜਾ ਕੇ ਬੁਸ਼ਾਂ ਪੱਟਦੇ ਹੁੰਦੇ ਸੀ, ਬਾਹਰ ਜਾ ਕੇ ਨਿਊਜ਼ੀਲੈਂਡ ਨੂੰ ਆਬਾਦ ਕਰਦੇ ਹੁੰਦੇ ਸੀਗੇ। 28 ਸਾਲ ਉਹਨੇ ਆਪਣੇ ਜਿਹੜੇ ਹੈਗੇ ਆ ਘਰ ਦੇ ਨਹੀਂ ਆਏ ਹੈ ਤਾਂ ਟੱਬਰ ਤੋਂ ਮਹਿਰੂਮ ਰਹੇ ਉੱਥੇ ਜਾ ਕੇ। ਵਾਟ ਫॉर? ਆਪਣੇ ਜਿਹੜੇ ਨਿਆਣੇ ਆ ਉਹਨਾਂ ਦੇ ਲਈ, ਆਪਣੇ ਨਿਆਣਿਆਂ ਦੇ ਲਈ ਜਾ ਕੇ ਵੀ ਮੇਰਾ ਟੱਬਰ ਜਿਹੜਾ ਹੈਗਾ। ਇੱਕ ਉਹ ਮੈਨੂੰ ਯਾਦ ਹੈਗਾ ਵਿੱਚ ਉਹ ਫੈਜ਼ ਸਾਹਿਬ ਦਾ ਇੱਕ ਸ਼ੇਰ ਹੈ ਜੀ, ਜਬ ਘੁਲੀ ਤੇਰੇ ਰਾਹੋਂ ਪੇ ਸ਼ਾਮੋਂ ਸਿਤਮ ਹਮ ਚਲੇ ਆਏ ਲਾਏ ਜਹਾਂ ਤੱਕ ਕਦਮ। ਵੀ ਜਦੋਂ ਵੀ ਤੇਰੇ ਵਿੱਚ ਜ਼ੁਲਮ ਔਖਿਆਈ ਦਾ ਟਾਈਮ ਆਇਆ ਮੈਂ ਉਸੇ ਵੇਲੇ ਆ ਗਿਆ। ਹਮ ਚਲੇ ਆਏ ਲਾਏ ਜਹਾਂ ਤੱਕ। ਅਬ ਜਦੋਂ ਵੀ ਬੇਟੇ ਨੂੰ, ਜਦੋਂ ਵੀ ਔਲਾਦ ਨੂੰ ਕੋਈ ਦੁੱਖ ਹੋਣਾ, ਇਹਨੂੰ ਉਹਦੇ ਆ ਜਾਣਾ ਮੋਰੇ। ਅਸੀਂ ਕਿ ਹਿਸਟਰੀ ਦੇ ਵਿੱਚ ਕਿ ਹਿਸਟਰੀ ਨੂੰ ਵੀ ਬਹੁਤ ਮੇਰੇ ਹਿਸਾਬ ਦੇ ਨਾਲ ਬਹੁਤ ਹੋਰ ਤਰ੍ਹਾਂ ਲਿਆ ਜਾਂਦਾ। ਅਸੀਂ ਸਮਝਦੇ ਹਾਂ ਜਿਹੜਾ ਸਮਾਜ ਇੱਥੇ ਤੱਕ ਹੁਣ ਆਇਆ ਜੀ, ਇਹ ਇਨਸਾਨ ਦੀਆਂ ਕੁਰਬਾਨੀਆਂ ਦਾ ਸਿੱਟਾ ਵੀ ਹੈ ਜਿਹੜਾ ਹੁਣ ਤੱਕ ਇੱਥੇ ਆਇਆ। ਔਰ ਇਹ ਕੁਰਬਾਨੀਆਂ ਚੰਗੇਜ਼ ਖਾਂ ਜਾਂ ਸਿਕੰਦਰ ਕਰਕੇ ਨਹੀਂ ਆਇਆ ਹੈ। ਇਹ ਡੇਲੀ ਜਿਹੜੀਆਂ ਹਰ ਮਨੁੱਖ ਨੇ ਥੋੜ੍ਹਾ ਜਿਹੜਾ ਆਪਣੇ ਆਪ ਨੂੰ ਉਹ ਸੈਕਰੀਫਾਈਸ ਕਰਦਾ ਰਿਹਾ, ਉਹਨਾਂ ਦੀਆਂ ਕੁਰਬਾਨੀਆਂ ਕਰਕੇ ਇੱਥੇ ਤੱਕ ਅਸੀਂ ਪਹੁੰਚੇ ਹਾਂ। ਵਿਕਾਸ ਇੱਥੇ ਤੱਕ ਵਿਕਾਸ ਇਹਦੇ ਕਰਕੇ ਹੋਇਆ ਜਿਹੜੀਆਂ ਆਮ ਬੰਦੇ ਨੇ ਕੀਤੀਆਂ ਆਪਣੇ ਪਰਿਵਾਰ ਲਈ, ਆਪਣੇ ਭਾਈਚਾਰੇ ਲਈ, ਆਪਣੇ ਜਿਹਨੂੰ ਵੀ ਹੋਰ ਕਹਿ ਲਓ ਤੁਸੀਂ, ਉਹਦੇ ਕਰਕੇ ਹੋਇਆ। ਇਸ ਕਰਕੇ ਜਿਹੜਾ ਹੈਗਾ ਆ ਇਹ ਬਿਲਕੁਲ ਬਹੁਤ ਬੜੇ ਬੰਦਿਆਂ ਨੂੰ ਦੇਖਣ ਦੀ ਲੋੜ ਨਹੀਂ ਹੈ ਜਾ ਕੇ ਵੀ ਨਹੀਂ ਸਮਾਜ 'ਚ ਐਂ ਕਰ ਤੇ ਐਂ ਕਰਦਾ। ਸਮਾਜ ਵਿੱਚ ਤੁਹਾਡੇ ਵੱਡੇ ਰੱਖਿਆ ਤੁਸੀਂ ਕੀਤਾ, ਹੁਣ ਕਰ ਰਹੇ ਹੈ, ਇਸ ਵੇਲੇ ਕਰ ਰਹੇ ਤੁਸੀਂ। ਸੋ ਇਹ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਹੁਣ ਵੀ ਜੇ ਜਿਨ੍ਹਾਂ ਦੇ ਵਾਲਿਦ ਹੈਗੇ, ਮੇਰੇ ਕੋਲ ਤਾਂ ਹੁਣ ਇਹ ਮੌਕਾ ਹੈ ਨਹੀਂ ਜੋ ਮੈਂ ਫੀਲ ਕਰਦਾ, ਜੇ ਹੁਣ ਹੁੰਦਾ ਸ਼ਾਇਦ ਮੈਂ ਹੋਰ ਤਰ੍ਹਾਂ ਹੁੰਦਾ। ਚਲੋ ਆਈ ਵਾਜ਼ ਫੇਅਰਲੀ ਗੁੱਡ ਸਨ, ਪਰ ਹੁਣ ਮੈਨੂੰ ਤਾਂ ਲੱਗਦਾ ਮੈਂ ਹੋਰ ਹੋ ਸਕਦਾ ਸੀਗਾ ਜੇ ਹੁੰਦਾ। ਜਿਨ੍ਹਾਂ ਦੇ ਵਾਲਿਦ ਜੀਂਦੇ ਆ ਉਹਨਾਂ ਲਈ ਮੇਰਾ ਇਹੀ ਗੱਲ ਗਾ, ਉਹਨਾਂ ਕੋਲ ਜਾਓ, ਉਹਨਾਂ ਨੂੰ ਦੱਸੋ ਵੀ ਅਸੀਂ ਤੁਹਾਡੀਆਂ ਕੁਰਬਾਨੀਆਂ ਭੁੱਲੇ ਨਹੀਂ ਹੈ। ਤੁਸੀਂ ਜੋ ਸਾਡੇ ਲਈ ਕੀਤਾ ਅਸੀਂ ਉਹ ਭੁੱਲੇ ਨਹੀਂ। ਉਹਨਾਂ ਦੇ ਕੋਲ ਉਹਨਾਂ ਨੂੰ ਯਾਦ ਕਰਾਓ ਜਾ ਕੇ ਵੀ ਤੁਸੀਂ ਸਾਡੇ ਲਈ ਆਹ ਕੁਛ ਕੀਤਾ। ਉਹ ਖੁਸ਼ ਹੋਊਗੇ ਇਹਦੇ ਨਾਲ ਜਾ ਕੇ, ਉਹਨਾਂ ਦਾ ਮਨ ਠੀਕ ਹੋਊਗਾ ਇਸ ਗੱਲ ਦੇ ਲਈ ਵੀ ਇਹਨਾਂ ਨੂੰ ਯਾਦ ਹੈ ਇਹਨਾਂ ਗੱਲਾਂ ਦਾ। ਕੁਛ ਨਹੀਂ, ਇਹ 'ਚ ਸੰਗਣ ਦੀ ਕੋਈ ਲੋੜ ਨਹੀਂ ਹੈ, ਸ਼ਰਮ ਖਾਣ ਦੀ ਲੋੜ ਨਹੀਂ ਹੈ ਵੀ ਮੈਂ ਇੱਦਾਂ ਕਹੂੰਗਾ। ਇਹ ਤਾਂ ਇੱਕ ਮਾਣ ਵਾਲੀ ਗੱਲ ਆ ਵੀ ਇੱਕ ਜਿਹੜਾ ਬੇਟਾ ਆ ਉਹ ਆਪਣੇ ਬਾਪ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ ਨੂੰ ਯਾਦ ਰੱਖ ਰਿਹਾ। ਚਲੋ ਹੁਣ ਆਪਾਂ ਦੂਜੇ ਪਾਸੇ ਆਉਂਦੇ ਹਾਂ ਜੀ। ਅੱਛਾ, ਇੱਕ ਦਾ ਮੈਨੂੰ ਫੋਨ ਆਇਆ, ਉਹ ਮੈਨੂੰ ਕਹਿੰਦਾ ਪ੍ਰੋਫੈਸਰ ਸਾਹਿਬ ਤੁਸੀਂ ਸਿੱਖੀਜ਼ਮ ਦੀਆਂ ਕੁਰਬਾਨੀਆਂ ਦੀ ਗੱਲ ਬੜੀ ਕਰਦੇ ਰਹੇ ਆ, ਤੁਸੀਂ ਸਿੱਖੀਜ਼ਮ ਨੇ ਨਾਮ ਜਪਣ ਦੀ ਗੱਲ ਨਹੀਂ ਤੁਸੀਂ ਕਰਦੇ ਬਹੁਤੀ, ਨਾਮ ਜਪਣ ਦੀ ਗੱਲ ਨਹੀਂ ਕੀਤੀ ਹੈਗੀ ਕਿ ਤੁਸੀਂ ਜਿਸ ਵੇਲੇ 18ਵੀਂ ਸਦੀ ਦੀ ਸਿੱਖ ਮੂਵਮੈਂਟ ਦੀ ਬੜੀ ਗੱਲ ਕੀਤੀ ਹੈ। ਹੁਣ ਇੱਥੇ ਮੈਂ ਫਿਰ 2-4 ਮਿੰਟ ਲਾਉਣਾ ਚਾਹੁੰਦਾ ਜੀ ਇਹਦੇ 'ਤੇ। ਜਿਹੜੀ 18ਵੀਂ ਸਦੀ ਦੀ ਸਿੱਖ ਮੂਵਮੈਂਟ ਸੀਗੀ, ਉਹਦੀਆਂ ਸਾਰੀਆਂ ਕੁਰਬਾਨੀਆਂ ਜਿਹੜੀਆਂ ਸਿਰਫ ਨਾਮ ਜਪਣ ਲਈ ਨਹੀਂ ਸੀ ਹੈ। ਇਹਦੇ ਲਈ ਨਹੀਂ ਹੈ ਕਿ ਲੋਕਾਂ ਨੂੰ ਵੀ ਨਾਮ ਜਪਾਉਣਾ। ਇਹ ਨਾਮ ਜਪਣਾ ਸਿੱਖੀ ਦਾ ਇੱਕ ਵੱਡਾ ਅਸੂਲ ਆ। ਜਪਦੇ ਰਹੋ, ਮੈਂ ਨਹੀਂ ਕਹਿੰਦਾ ਨਾਮ ਵੀ ਜਪੋ। ਪਰ ਜਿਹੜੀ 18ਵੀਂ ਸਦੀ ਵਾਲੀ ਸਿੱਖ ਧਰਮ ਦੀ ਲੜਾਈ ਸੀਗੀ, ਉਹ ਲੜਾਈ ਮੁੱਖ ਤੌਰ 'ਤੇ ਨਾਮ ਜਪਣ ਲਈ ਨਹੀਂ ਸੀ ਹੈ। ਉਹ ਲੜਾਈ ਜਿਹੜੀ ਸੀ ਬੇਇਨਸਾਫੀ ਦੇ ਖਿਲਾਫ ਸੀ। ਉਹ ਜਿਹੜੀ ਲੜਾਈ ਸੀ ਉਹ ਹਿਊਮਨ ਰਾਈਟਸ ਦੀ ਲੜਾਈ ਸੀ। ਹੁਣ ਉਸ ਵੇਲੇ ਹਿਊਮਨ ਰਾਈਟਸ ਦਾ ਨਹੀਂ ਲੋਕਾਂ ਨੂੰ ਪਤਾ ਹੁੰਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ। ਇਨਸਾਫ ਦਾ ਪਤਾ ਹੁੰਦਾ ਸੀ, ਜ਼ੁਲਮ ਦੇ ਖਿਲਾਫ ਪਤਾ ਹੁੰਦਾ ਸੀਗਾ। ਹੁਣ ਅੱਜ ਤਾਂ ਸਾਰੀ ਦੁਨੀਆ ਦੇ ਵਿੱਚ ਇੱਕ ਬਣੀ ਹੋਈ ਹੈ ਹਿਊਮਨ ਰਾਈਟਸ ਦੇ ਲਈ। ਪਰ ਸਿੱਖੀਜ਼ਮ ਨੇ ਇਹ ਪਹਿਲਾ ਧਰਮ ਆ ਮੈਨੂੰ ਲੱਗਦਾ ਜਿਹੜਾ ਹਿਊਮਨ ਰਾਈਟਸ ਲਈ ਲੜਿਆ, ਜਿਹੜਾ ਹੈਗਾ ਉਸ ਜ਼ੁਲਮ ਦੇ ਖਿਲਾਫ ਲੜਿਆ, ਜਿਹੜਾ ਹਲਵਾ ਦੀ ਜ਼ਮੀਨ ਦੇਣ ਦੇ ਲਈ ਲੜਿਆ, ਜਿਹੜਾ ਗਰੀਬਾਂ ਨੂੰ ਉੱਪਰ ਚੱਕਣ ਲਈ ਲੜਿਆ ਜਾ ਕੇ ਆ। ਇਹ ਮੈਨੂੰ ਜਿੱਥੇ ਤੱਕ ਮੇਰਾ ਹਿਸਟਰੀ ਦਾ ਗਿਆਨ ਆ, ਇਹ ਓਨਲੀ ਧਰਮ ਹੈ ਦੁਨੀਆ ਦੇ ਵਿੱਚ। ਲੜੇ ਹੀ ਨਹੀਂ ਜੀ, ਕੁਰਬਾਨੀਆਂ ਦੇਣ ਦੇ ਵਿੱਚ ਕਤਾਰਾਂ ਬੰਨ ਕੇ ਜਾਂਦੇ ਰਹੇ, ਕਤਾਰਾਂ ਬੰਨ ਕੇ ਜਾਂਦੇ ਰਹੇ ਜਾ ਕੇ। ਉਹਦੇ ਵਿੱਚ ਮੈਨੂੰ ਕੁਰਬਾਨੀ ਦੇਣ ਦਿਓ, ਮੈਨੂੰ ਕੁਰਬਾਨੀ ਦੇ ਦਿਓ। ਕਾਹਦੇ ਲਈ? ਉਹ ਨਾਮ ਜਪਣ ਲਈ ਨਹੀਂ ਸੀ ਹੈ ਮੇਜਰ ਸਾਹਿਬ। ਨਾਮ ਜਪਣਾ ਇੱਕ ਜ਼ਰੂਰੀ ਆ, ਉਹ ਸੋਸ਼ਲ ਜਸਟਿਸ ਲਈ ਸੀਗਾ ਜਿਹੜਾ ਹੈਗਾ ਆ ਵੀ ਮੈਂ ਇਹਦੇ ਲਈ ਕੁਰਬਾਨ ਹੋਣਾ ਜਾ ਕੇ ਵੀ ਮੈਂ ਜਿਹੜਾ ਹੈਗਾ ਭੂਪ ਗਰੀਬਨ ਕੋ ਕਹਿਲਾਊਂ ਰਾਜਨ ਕੋ ਮੈਂ ਰੰਕ ਬਣਾਊਂ, ਉਹਦੇ ਲਈ ਕੁਰਬਾਨੀਆਂ ਜਿਹੜੀਆਂ ਸੀਗੀਆਂ ਉਸ ਵੇਲੇ ਦਿੱਤੀਆਂ। ਹੁਣ ਜੇ ਤੁਸੀਂ ਨਾਮ ਜਪਣ ਦੀ ਗੱਲ ਕਰੋ ਜਾ ਕੇ, ਇੱਕ ਬੰਦੇ ਨੂੰ ਵੀ ਬਾਈ ਫੋਰਸ ਨਹੀਂ ਕਿਹਾ ਗਿਆ ਵੀ ਤੂੰ ਨਾਮ ਜਪ, ਇੱਕ ਬੰਦੇ ਨੂੰ ਵੀ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ ਜਾ ਕੇ ਕਿਸੇ ਦੇ। ਹੁਣ ਆਪਾਂ ਇਹਨੂੰ ਸਾਰੀ ਜਾਂ ਤਾਂ ਇਹ ਕਹਿ ਲਓ ਵੀ ਉਹਨਾਂ ਦੇ ਮੁਤਾਬਕ ਧਰਮ ਹੀ ਇਹ ਸੀ, ਠੀਕ ਹੈ। ਅਦਰਵਾਈਜ਼ ਕਿਸੇ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ, ਕਿਸੇ ਨੂੰ ਜ਼ਬਰਦਸਤੀ ਨਹੀਂ ਕੀਤਾ ਗਿਆ ਵੀ ਤੈਨੂੰ ਆਹ ਕੀਤਾ ਗਿਆ ਜਾ ਕੇ। ਉਹ ਲੜੇ ਹੈਗੇ ਇਹਦੇ ਲਈ। ਸੋ ਇਸ ਕਰਕੇ ਇਹ ਆਪਾਂ ਕਲੀਅਰ ਹੋ ਜਾਈਏ ਵੀ ਦੁਨੀਆ ਦਾ ਇੱਕੋ ਇੱਕ ਧਰਮ ਹੈਗਾ ਜਿਹੜਾ ਉਸ ਸਮੇਂ
ਹਿਊਮਨ ਰਾਈਟਸ ਲਈ ਲੜਿਆ, ਉਸ ਸਮੇਂ ਕੁਰਬਾਨੀ ਕੀਤੀਆਂ ਇਹਦੇ ਲਈ ਕੀਤੀਆਂ ਜਾ ਕੇ, ਜ਼ੁਲਮ ਦੇ ਖਿਲਾਫ ਲੜਿਆ ਔਰ ਗਰੀਬਾਂ ਲਈ ਲੜਿਆ, ਗਰੀਬੀ ਦੂਰ ਕਰਨ ਲਈ ਲੜਿਆ, ਜਿਹੜਾ ਹੈਗਾ ਫਿਊਡਲ ਸਿਸਟਮ ਨੂੰ ਖਤਮ ਕਰਨ ਲਈ ਲੜਿਆ, ਜ਼ਗੀਰਦਾਰੀ ਸਿਸਟਮ ਨੂੰ ਖਤਮ ਕਰਨ ਲਈ ਲੜਿਆ। ਚਾਹੇ ਇਹ ਜਿਹੜੀ ਜ਼ਗੀਰਦਾਰੀ ਸਿਸਟਮ ਕਿਸੇ ਸ਼ਕਲ ਮੁੜ ਕੇ ਫੇਰ ਆ ਗਈ, ਇੱਥੇ ਆ ਗਈ, ਪਰ ਉਸ ਵੇਲੇ ਉਹਨੇ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਇਸ ਗੱਲ ਦੇ ਲਈ ਵੀ ਇਹ ਜਿਹੜਾ ਬੇਇਨਸਾਫੀ ਹੈ ਇਹ ਖਤਮ ਹੋ ਜਾਵੇ। ਚਲੋ ਨਾਲੇ ਜਿਹੜੀ ਸੋਸ਼ਲ ਜਸਟਿਸ ਲਈ ਕੁਰਬਾਨੀਆਂ ਦੇਣ ਵਾਲੇ ਲੋਕ ਸੀ ਜੀ, ਉਹਨਾਂ ਨੂੰ ਇਸ ਭਲੀ ਭਾਂਤ ਪਤਾ ਸੀ ਕਿ ਸਾਡਾ ਤਾਂ ਨੁਕਸਾਨ ਹੋ ਜਾਏਗਾ, ਲੇਕਿਨ ਅਸੀਂ ਇੱਕ ਇਹੋ ਜਿਹੀ ਨੀਂਹ ਰੱਖ ਜਾਾਂਗੇ ਜਿਸ ਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਇਨਸਾਫ ਕਦੇ ਜ਼ਰੂਰ ਮਿਲੇਗਾ। ਬਿਲਕੁਲ ਬਿਲਕੁਲ। ਔਰ ਇਹ ਨਹੀਂ ਉਹਨਾਂ ਨੂੰ ਪਤਾ ਸੀ ਵੀ ਇੰਸਟੈਂਟਲੀ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ, ਭਾਵੇਂ ਉਹ ਚਰਖੜੀਆਂ ਤੇ ਚੜਿਆ, ਬੰਦ ਕਟਵਾਇਆ, ਇਤਿਹਾਸ ਭਰਿਆ ਪਿਆ ਕੁਰਬਾਨੀਆਂ ਦੇ ਨਾਲ, ਪਰ ਉਹਦਾ ਮਤਲਬ ਸਿਰਫ ਇੱਕ ਹੀ ਸੀ ਕਿ ਸੋਸ਼ਲ ਜਸਟਿਸ ਮਿਲੇ, ਇਨਸਾਫ ਮਿਲੇ। ਬਿਲਕੁਲ ਨਾ ਹੋਵੇ। ਇਹ ਨਹੀਂ ਮਿਲੇ ਵੀ ਦੂਜਿਆਂ ਨੂੰ ਧਰਮ ਇਹ ਬਦਲਾਉਣ ਦੇ ਲਈ, ਧਰਮ ਬਦਲਾਉਣ ਲਈ ਨਹੀਂ ਇਹ ਕੁਰਬਾਨੀਆਂ ਜਿਹੜੀਆਂ ਹੈਗੀਆਂ। ਇਸ ਗੱਲਬਾਤ ਦਾ ਬਾਕੀ ਹਿੱਸਾ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ। ਹੁਣ ਥੋੜਾ ਗੀਤ ਸੰਗੀਤ ਹੋ ਜਾਏ। ਗੀਤ ਸੰਗੀਤ ਦੇ ਵਿੱਚ ਕਈ ਗੀਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਜਾਂਦੇ ਹਨ, ਸਦਾਬਹਾਰ ਗੀਤ ਬਣ ਜਾਂਦੇ ਹਨ। ਹੋਰ ਕਲਾਕਾਰ ਵੀ ਉਹਨਾਂ ਨੂੰ ਆਪਣੀਆਂ ਸਟੇਜਾਂ ਤੇ ਗਾ ਕੇ ਮਾਣ ਮਹਿਸੂਸ ਕਰਦੇ ਹਨ। ਸੁਰਿੰਦਰ ਛਿੰਦੇ ਦਾ ਗੀਤ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਬਾਬਿਆਂ ਦੇ ਚੱਲ ਚੱਲੀਏ, ਇਹ ਵੀ ਇੱਕ ਐਸਾ ਗੀਤ ਹੈ ਜਦੋਂ ਕੋਈ ਵੀ ਕਲਾਕਾਰ ਟਰੱਕਾਂ ਦਾ ਜਾਂ ਡਰਾਈਵਰਾਂ ਦਾ ਗੀਤ ਗਾਉਂਦਾ ਹੈ ਤਾਂ ਉਹ ਵੀ ਇਸ ਗੀਤ ਦੀਆਂ ਟੁਕੜੀਆਂ ਨੂੰ ਆਪਣੇ ਗੀਤ ਦੇ ਵਿੱਚ ਸ਼ਾਮਲ ਕਰ ਲੈਂਦਾ ਹੈ। ਰਣਜੀਤ ਬਾਵਾ ਵੀ ਗਾਉਂਦੇ ਐਸੇ ਮਸ਼ਹੂਰ ਗੀਤਾਂ ਨੂੰ ਸ਼ਾਮਲ ਕਰਕੇ ਲੈਜੈਂਡ ਕਲਾਕਾਰਾਂ ਨੂੰ ਵੀ ਸਤਿਕਾਰ ਦਿੰਦੇ ਹਨ, ਲੋਕ ਪਸੰਦ ਕਰਦੇ ਹਨ। ਕਈ ਵਾਰੀ ਸਟੇਜਾਂ ਤੇ ਹਾਸਾ ਠੱਠਾ ਵੀ ਹੋ ਜਾਂਦਾ ਹੈ। ਸਾਡੇ ਵੱਲੋਂ ਸਰੀ ਦੇ ਵਿੱਚ ਕਰਵਾਏ ਜਾਂਦੇ ਦੀਵਾਲੀ ਧਮਾਕਾ ਪ੍ਰੋਗਰਾਮਾਂ ਦੇ ਵਿੱਚੋਂ ਸੁਰਿੰਦਰ ਛਿੰਦਾ, ਜੈਜ਼ੀ ਬੀ ਅਤੇ ਰਣਜੀਤ ਬਾਵਾ ਦੀ ਇੱਕ ਝਲਕ ਪੇਸ਼ ਕਰਦੇ ਹਾਂ। ਗੀਤ ਉਹੀ ਹੈ ਟਰੱਕ ਵਾਲਾ। ਬਈ ਗੱਲ ਇਹ ਹੈ, ਬਹੁਤ ਵਾਹਿਗੁਰੂ ਨੇ ਇਸ ਨੌਜਵਾਨ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ। ਸੋ ਮੈਂ ਇਹੀ ਜਾਣਦਾ ਕਿ ਜੈਜ਼ੀ ਵੀ ਇੱਕੋ ਹੀ ਬੰਦਾ ਦੁਨੀਆ 'ਚ, ਤਾਲੀਆਂ 'ਚ ਜੈਜ਼ੀ ਵੀ ਇੱਕੋ ਹੀ ਹੈ ਤੇ ਛਿੰਦੇ 12 ਹੈ। ਸੁਖਜਿੰਦਰ ਛਿੰਦਾ ਸੀਲਾ ਛਿੰਦਾ ਭੈਣੀ ਵਾਲਾ ਛਿੰਦਾ ਮਾਣ ਬਲਕਿ ਛਿੰਦਾ ਫਰੈਂਚਾਈਜ਼ ਬਣ ਚੁੱਕੀ ਹੈ। ਜਨਾਬ ਸਾਡੇ ਅਜ਼ੀਜ਼ ਗੁਰਵਿੰਦਰ ਸਿੰਘ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ, ਪਟਵਾਲ ਸਾਹਿਬ, ਸਭ ਦਾ ਧੰਨਵਾਦੀ ਹੈ। ਲਾਈਕ ਹਾਜ਼ਰੀ ਦੋ ਬੋਲ ਕਹਿਣੇ ਆ, ਵੈਸੇ ਸਿਆਣੇ ਕਹਿੰਦੇ ਨੇ ਕਿ ਕਿਸੇ ਦੇ ਖਾੜੇ 'ਚ ਆ ਕੇ ਟੌਰ ਨਹੀਂ ਬਣਾਈ ਦੀ, ਪੁੱਤ ਪੋਤਿਆਂ ਦੀ ਝੂਠੀ ਸਹੁੰ ਨਹੀਂ ਖਾਈ ਦੀ, ਲੰਘ ਜੇ ਦੀਵਾਲੀ ਮੋੜ ਦੀਵਾਲੀ ਨਹੀਂ ਮਨਾਈ ਦੀ, ਫੁਗਰੇ ਬੰਦੇ ਦੀ ਯਾਰੋ ਝੂਠ ਨਹੀਂ ਖਾਈ ਦੀ। ਇਹੋ ਜਿਹੇ ਬੰਦੇ ਦੀ ਮੈਂ ਝੂਠ ਖਾ ਸਕਦਾ ਜਿਹੜਾ ਮੇਰਾ ਪੁੱਤ ਹੈ, ਮੇਰਾ ਯਾਰ, ਜਿਉਂਦਾ ਕਰੀ ਹੈ। ਕਲਾ ਦੋ ਬੋਲ ਜਿਹੜਾ ਸਭ ਰੱਖਿਆ ਉਹੀ ਰਹਿਣ ਦਿਓ, ਨਿਮਾ ਨਹੀਂ ਕਰਨਾ, ਉੱਚਾ ਤਾਂ ਹੋ ਜੂਗਾ। ਬਾਕੀ ਯਾਰ ਇਦਾਂ ਦੇ ਮੇਰੇ ਇੰਗਲੈਂਡ ਆਊਗਾ, ਮੇਰੇ ਬਾਲ ਜ਼ਰੂਰ ਬਣਾ ਦੀ। I like this style of my ਬਾਲ। ਪਰ ਇੱਕ ਕੰਮ ਦੀ ਗਲਤੀ ਨਾ ਕਰੀ, ਆ ਜਿਹੜੀ ਪਿੱਛੇ ਗੁੱਤ ਜਿਹੀ ਆ ਉੱਤੇ ਬਣਾ ਦੇਗਾ ਤਾਂ ਜੂੜਾ ਬਣ ਜਾਂਦਾ। Really I appreciate you, I give you 100 ਰੁਪਏ। ਸੌ ਰੱਖ ਬਈ, ਕਿਹੜਾ ਰੱਖਿਆ ਹੋਇਆ? ਬਜਾ ਦੇ। ਕੀ ਹਾਲ ਹੈ ਪੁੱਤ? ਹਾਂਜੀ ਬਾਰੀ ਖੋਲ ਗਿਆ, ਇੰਨਾ ਹੀ ਬਹੁਤ। 1 2 3 4 Sa
ਹੁੰਦਾ ਜੀ। ਸਾਨੂੰ ਬਹੁਤ ਹੀ ਮਾਣ ਹੈ, ਅਸੀਂ ਪੰਜਾਬੀ ਹਾਂ, ਪੰਜਾਬ ਦੀ ਧਰਤੀ ਤੋਂ ਹਾਂ ਔਰ ਸਿੱਖ ਕੌਮ ਜਿਸ ਦਾ ਬੜਾ ਹੀ ਮਾਣ ਸਤਿਕਾਰ ਹੈ, ਇਮੇਜ ਹੈ ਦੁਨੀਆ ਭਰ ਦੇ ਵਿੱਚ, ਕਿਰਦਾਰ ਨੇ ਇਮੇਜ ਬਣਾਇਆ ਹੈ। ਸੋ ਬਹੁਤ ਸਾਰੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਜਗ੍ਹਾ ਜਗ੍ਹਾ ਤੇ ਐਸੇ ਕੰਮ ਕੀਤੇ ਹਨ ਜਿਨ੍ਹਾਂ ਦੇ ਨਾਲ ਸਿੱਖ ਕੌਮ ਦਾ ਨਾਂ, ਪੰਜਾਬੀਆਂ ਦਾ ਨਾਂ ਉੱਚਾ ਹੋਇਆ ਹੈ। ਔਰ ਕਿਸਾਨੀ ਮੋਰਚੇ ਦੇ ਵਿੱਚ ਵੀ ਪੰਜਾਬ ਤੋਂ ਉੱਠੀ ਇਹ ਲਹਿਰ ਜਿਸ ਨੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਹਨ। ਪੰਜਾਬੀ ਕਿਸ ਤਰ੍ਹਾਂ ਦੇ ਹਨ, ਸਿੱਖ ਕਿਸ ਤਰ੍ਹਾਂ ਦੇ ਹਨ, ਬਹੁਤ ਭਰਮ ਭੁਲੇਖੇ ਦੂਰ ਹੋਏ ਹਨ। ਸਿੱਖ ਕੌਮ ਦਾ ਕੋਈ ਵੀ ਵਿਅਕਤੀ ਦਸਤਾਰਧਾਰੀ ਹੈ, ਸਿੱਖੀ ਸਰੂਪ ਦੇ ਵਿੱਚ ਹੈ, ਕਦੀ ਵੀ ਮੰਗਦਾ ਨਹੀਂ ਵੇਖਿਆ। ਹਾਂ, ਸਿੱਖੀ ਸਰੂਪ ਦੇ ਵਿੱਚ ਕੋਈ ਭੇਖਧਾਰੀ ਤਾਂ ਹੋ ਸਕਦਾ ਹੈ, ਪਰ ਇਹੋ ਜਿਹੀਆਂ ਮਿਸਾਲਾਂ ਆਪਾਂ ਆਮ ਤੌਰ ਤੇ ਵੇਖਦੇ ਸੁਣਦੇ ਰਹਿੰਦੇ ਹਾਂ ਜਿਨ੍ਹਾਂ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਅੱਜ ਕੱਲ੍ਹ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਟਿਕਟੌਕ ਤੇ ਖਾਸ ਤੌਰ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋਈ ਹੈ, ਉਹ ਹੈ ਕੈਲਗਰੀ ਦੇ ਸਾਡੇ ਇੱਕ ਸਿੱਖ ਸਰਦਾਰ ਡਰਾਈਵਰ ਦੀ, ਟਰਾਂਜ਼ਿਟ ਡਰਾਈਵਰ ਦੀ। ਸਰਦਾਰ ਭੁਪਿੰਦਰ ਸਿੰਘ ਜਿਹੜੇ ਕਿ ਬੱਸ ਚਲਾ ਰਹੇ ਸਨ, ਇੱਕ ਵਿਅਕਤੀ ਨੇ ਆ ਕੇ ਉਹਨਾਂ ਦੀ ਵੀਡੀਓ ਬਣਾਈ ਜਿਹੜੀ ਕਿ ਟਿਕਟੌਕ ਤੇ ਉਹਨਾਂ ਨੇ ਪੋਸਟ ਕੀਤੀ। ਉਹ ਬੜੀ ਹੀ ਚਰਚਾ ਦੇ ਵਿੱਚ ਹੈ। ਉਸਦੇ ਜਿਹੜੇ ਮਿਲੀਅਨਸ ਫਾਲੋਅਰ ਹਨ ਔਰ ਇਸ ਸੰਸਾਰ ਭਰ ਦੇ ਵਿੱਚ ਕਾਫੀ ਵੀਡੀਓ ਜਿਹੜੀ ਚਰਚਾ ਦੇ ਵਿੱਚ ਆ ਰਹੀ ਹੈ। ਇੱਥੇ ਵੀ ਸਰਦਾਰ ਭੁਪਿੰਦਰ ਸਿੰਘ ਹੁਣਾਂ ਨੇ ਜੋ ਆਪਣਾ ਕਿਰਦਾਰ ਦਾ ਪ੍ਰਦਰਸ਼ਨ ਕੀਤਾ ਹੈ, ਸਿੱਖ ਕੌਮ ਦਾ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਹੈ। ਉਹ ਵਿਅਕਤੀ $100 ਉਹਨਾਂ ਨੂੰ ਆਫਰ ਕਰ ਰਿਹਾ ਸੀ ਕਿ ਮੇਰੇ ਕੋਲ ਟਿਕਟ ਨਹੀਂ ਹੈ, ਤੁਸੀਂ ਇਹ $100 ਐਕਸੈਪਟ ਕਰ ਲਓ। ਉਹਨਾਂ ਨੇ ਕਿਹਾ ਵੀ ਨਹੀਂ, ਕੋਈ ਗੱਲ ਨਹੀਂ ਐਸੀ, ਤੁਸੀਂ ਸਫ਼ਰ ਕਰ ਲਓ, ਨੈਕਸਟ ਟਾਈਮ ਤੇ ਡਬਲ ਪੇ ਕਰ ਦੇਣਾ। ਉਹ ਕਹਿੰਦਾ ਨਹੀਂ ਨਹੀਂ, ਮੈਂ ਤਾਂ ਜਾਣਾ ਨਹੀਂ ਸੀ, ਵੈਸੇ ਹੌਲੀਡੇ ਸੀਜ਼ਨ ਹੈਗਾ, ਮੈਂ ਤਾਂ ਤੁਹਾਨੂੰ ਲਾਈਕ ਕਰਦਾ, ਮੈਂ ਤੁਹਾਨੂੰ $100 ਵੈਸੇ ਹੀ ਗਿਫਟ ਦੇਣਾ ਚਾਹੁੰਦਾ। ਉਹ ਕਹਿੰਦਾ ਮੈਂ ਐਕਸੈਪਟ ਨਹੀਂ ਕਰ ਸਕਦਾ। ਉਸ ਤੋਂ ਬਾਅਦ ਜੀ ਉਹ ਚਲੇ ਗਿਆ, ਉਸਨੇ ਜੋ ਵੀ ਲਿਖਿਆ। ਪਰ ਇਸ ਜਿਹੜਾ ਉਹ ਵਿਅਕਤੀ ਸੀ, ਗੋਰਾ ਸੀ ਸ਼ਾਇਦ, ਉਸ ਨੂੰ ਇਸ ਦੀ ਅਸਲੀਅਤ ਬਾਰੇ ਨਹੀਂ ਸੀ ਪਤਾ, ਪਰ ਉਹਨੂੰ ਥੋੜ੍ਹਾ ਬੁਰਾ ਵੀ ਲੱਗਾ ਕਿ ਮੈਂ ਤਾਂ ਸੱਚਮੁੱਚ ਇਹਨੂੰ ਲਾਈਕ ਕਰਦਾ ਸੀ, ਮੈਂ ਇਹਨੂੰ ਗਿਫਟ ਦੇਣਾ ਚਾਹੁੰਦਾ ਸੀ, ਪਰ ਇਸਨੇ ਐਕਸੈਪਟ ਕਿਉਂ ਨਹੀਂ ਕੀਤਾ। ਪਰ ਉਸ ਨੂੰ ਫਿਰ ਵੀਡੀਓ ਦੇ ਕਮੈਂਟਸ ਤੋਂ ਬਾਅਦ ਜਿਹੜਾ ਗਿਆਨ ਹੋਇਆ ਕਿ ਇਹ ਕਿਉਂ ਨਹੀਂ ਐਕਸੈਪਟ ਕੀਤਾ, ਕਿਉਂਕਿ ਇਹ ਕੌਮ ਜਿਹੜੀ ਹੈ, ਇਹ ਵਿਅਕਤੀ ਜਿਹੜੇ ਹਨ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਦੇ ਹਨ, ਆਪਣੀ ਹੱਕ ਹਲਾਲ ਦੀ ਕਮਾਈ ਕਰਦੇ ਹਨ ਔਰ ਚੈਰਿਟੀਜ਼ ਐਕਸੈਪਟ ਨਹੀਂ ਕਰਦੇ, ਬਲਕਿ ਚੈਰਿਟੀਜ਼ ਦਿੰਦੇ ਹਨ, ਕਰਦੇ ਹਨ, ਦਾਨ ਕਰਦੇ ਹਨ, ਲੋੜਵੰਦਾਂ ਦੀ ਮਦਦ ਕਰਦੇ ਹਨ। ਉਸ ਤੋਂ ਬਾਅਦ ਉਸਨੇ ਵੀ ਕਮੈਂਟ ਕੀਤਾ ਕਿ ਉਸ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ, ਉਸ ਦੀ ਨੌਲੇਜ ਦੇ ਵਿੱਚ ਵਾਧਾ ਹੋਇਆ ਹੈ। ਇਹ ਵੀਡੀਓ ਕਿਹੜੀ ਹੈ, ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ। Hi, I don't have a bus ticket, but could I give you just $100 to go on the bus? No? Just have right. Pay next time double. Are you sure? Yeah. I just wanted to give you $100. No, that's not. You can't take it? Okay, well, I didn't actually need a bus ride. I just wanted to give you $100. It's the holidays. I wanted to give you 100. Okay, all right. Well, have a good one. ਉਮੀਦ ਕਰਦਾ ਹਾਂ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ, ਸਾਡੀ ਅੱਜ ਦੀ ਕੋਸ਼ਿਸ਼ ਵੀ ਸਾਡੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਦੇ ਨਜ਼ਦੀਕ ਹੈ। ਆਖਰ ਦੇ ਵਿੱਚ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰ ਦਈਏ ਕਿ ਇਸ ਪ੍ਰੋਗਰਾਮ ਨੂੰ ਜੇ ਤੁਸੀਂ ਪਸੰਦ ਕਰਦੇ ਹੋ, ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਹਰ ਰੋਜ਼ ਸਾਡੇ ਤਾਜ਼ੇ ਸੈਗਮੈਂਟਸ ਅਤੇ ਇਸ ਪ੍ਰੋਗਰਾਮ ਨੂੰ ਮਿਸ ਨਾ ਕਰ ਸਕੋ। ਅਗਲੇ ਹਫਤੇ ਤੱਕ ਬਲਜਿੰਦਰ ਸਿੰਘ ਅਟਵਾਲ ਨੂੰ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਤੇਰਾ ਇਸ਼ਕ ਗਣਾਉਂਦਾ ਇਹ ਰਾਤ ਨੂੰ ਤਾਰੇ, ਰਾਤ ਨੂੰ ਤਾਰੇ। ਤੇਰਾ ਇਸ਼ਕ ਗਣਾਉਂਦਾ ਇਹ ਰਾਤ ਨੂੰ ਤਾਰੇ, ਰਾਤ ਨੂੰ
इश्क गणादा है रात नू ਤਾਰੇ ਰਾਤ ਨੂੰ ਤਾਰੇ तेरा इश्क गणादा है रात नू तारे बड़ा प्यार जताउंदा सी वे तू अमृत अमृत कह के कर दिल विच शेक गया वे तू दिल साडे विच रह के कर दिल विच शेक गया वे तू दिल साडे विच रह के दुख ओही देंदे ने दुख ओही देंदे ने वे जेड़े हुंदे बहुत प्यारे तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ बड़ा प्यार जताउंदा सी वे तू अमृत अमृत कह के कर दिल विच शेक गया वे तू दिल साडे विच रह के कर दिल विच शेक गया वे तू दिल साडे विच रह के दुख ओही देंदे ने दुख ओही देंदे ने वे जेड़े हुंदे बहुत प्यारे तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ वही वही ओह मारका रहिया ना भुल गए हार श्रृंगार लगाने मारका रहिया ना भुल गए हार श्रृंगार लगाने जदों दर्दी कोल नहीं वे साडे कीने दर्द बंडाने जदों दर्दी कोल नहीं वे साडे कीने दर्द बंडाने देव महंगे पै गए वे देव महंगे पै गए वे हो तेरे प्यार दे लए हुलारे तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ तेरा इश्क गणादा है ਰਾਤ ਨੂੰ ਤਾਰੇ ਰਾਤ ਨੂੰ ਤਾਰੇ तेरा इश्क गणादा है रात नू ਤਾਰੇ ਰਾਤ ਨੂੰ ਤਾਰੇ तेरा इश्क गणादा